ਤਖਤ ਜਬਰ ਸ਼ਤਰ ਦੇ ਨਾਲ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਸਰਬ ਜੀਵਾਂ ਦੇ ਕਲਿਆਣਕਾਰੀ ਗਿਆਨ ਦੇ ਸਾਗਰ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਅੰਦਰ ਸਜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਵਡਭਾਗੀ ਹੋ। ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪਾਠ ਸਾਹਿਬ ਵਿਖੇ ਪਿਛਲੇ ਪਹਿਰ ਦਾ ਦੀਵਾਨ ਸ੍ਰੀ ਗੁਰੂ ਪ੍ਰਸਾਦ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਤੋਂ ਪ੍ਰਾਰੰਭ ਹੁੰਦਾ ਹੈ, ਜੋ ਆਪ ਹਰ ਰੋਜ਼ ਦੇਵਤਿਆਂ ਦੀ ਤਰ੍ਹਾਂ ਸਜ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਦੇ। ਲੜੀਵਾਰ ਕਥਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਜੀਵਨ ਚੱਲ ਰਿਹਾ ਹੈ, ਜਿਹਦੇ ਵਿੱਚ ਸਤਿਗੁਰੂ ਜੀ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਤੋਂ ਚੱਲ ਕੇ ਬਾਸਰਕੇ ਤੋਂ ਹੁੰਦੇ ਹੋਏ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਵਿੱਚ ਕਰਨ ਆਏ। ਬਾਬਾ ਬੁੱਢਾ ਜੀ ਦਾ ਉਹ ਅਸਥਾਨ ਪ੍ਰਗਟ ਕੀਤਾ ਜਿੱਥੇ ਕਿ ਅੱਜ ਜਾ ਕੇ ਨਤਮਸਤਕ ਹੁੰਦੇ ਬਾਬਾ ਬੁੱਢਾ ਜੀ ਨੂੰ ਯਾਦ ਕਰਦੇ। ਉਥੋਂ ਸਤਿਗੁਰੂ ਜੀ ਦੁਆਰਾ ਅੰਮ੍ਰਿਤਸਰ ਸਾਹਿਬ ਚਲੇ ਗਏ। ਸ੍ਰੀ ਅਕਾਲ ਤਖਤ ਸਾਹਿਬ ਵਾਲੀ ਜਗ੍ਹਾ ਤੇ ਸਜ ਕੇ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ। ਅੱਗੇ ਜਿਵੇਂ ਗੁਰੂ ਸਾਹਿਬ ਜੀ ਯਾਤਰਾ ਨੂੰ ਰਵਾਨਾ ਹੁੰਦੇ ਸੰਗਤਾਂ ਨੂੰ ਤਾਰਨ ਵਾਸਤੇ ਗਿਆਨ ਦੇਣ ਵਾਸਤੇ ਇਤੋਂ ਅਗਲਾ ਪ੍ਰਸੰਗ ਪ੍ਰਾਰੰਭ ਹੋਣ ਲੱਗਾ। ਸਤਿਗੁਰੂ ਜੀ ਕਿਰਪਾ ਕਰਨ ਰਹਿਮਤ ਕਰਕੇ ਆਪਣੇ ਘਰ ਦੀ ਸੇਵਾ ਸਤਿਗੁਰੂ ਜੀ ਆਪ ਲੈ ਲੈਣ। ਆਪ ਸੰਗਤਾਂ ਮਨ ਬਿਰਤੀਆਂ ਕੇ ਕਾਗਰ ਕਰਦੇ ਹੋਏ ਬਖਸ਼ੋ ਅਸੀਸ। ਗੱਜ ਕੇ ਬੋਲਣਾ ਕਰੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਪ੍ਰਕਾਰ ਸ੍ਰੀ ਸਤਿਗੁਰੂ ਇਤਕ ਦਿਵਸ ਸਜਾਏ। ਕਵੀ ਜੀ ਕਹਿੰਦੇ ਕਿ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਨੇ ਅੰਮ੍ਰਿਤਸਰ ਦੀ ਧਰਤੀ ਤੇ ਕੁਝ ਦਿਨ ਬਤੀਤ ਕਰਨਾ ਕੀਤੇ। ਫਿਰ ਸੁਖਦਾਈ ਭਾਦੋਂ ਦਾ ਮਹੀਨਾ ਆ ਗਿਆ, ਜੋ ਕਿ ਗੁਰੂ ਸਾਹਿਬ ਜੀ ਨੇ ਸੂਰਮਿਆਂ ਦੇ ਵਾਸਤੇ, ਪਰਿਵਾਰ ਦੇ ਵਾਸਤੇ, ਸੰਗਤਾਂ ਦੇ ਵਾਸਤੇ ਬੜੇ ਸੁਚੱਜੇ ਢੰਗ ਦੇ ਨਾਲ ਮਨ ਦੇ ਵਿੱਚ ਵਿਚਾਰ ਕੀਤੀ। ਇੱਕ ਦਿਨ ਕਿਰਪਾ ਵਿਧਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੰਗਤਾਂ ਦੇ ਵਿੱਚ ਬੈਠੇ ਹੋਏ ਸਨ। ਸਾਰੇ ਜਿੰਨੇ ਗੁਰੂ ਘਰ ਦੇ ਮੁਖੀ ਮਸੰਦ ਸਭ ਨੂੰ ਪਾਸ ਬੁਲਾ ਕੇ ਗੁਰੂ ਸਾਹਿਬ ਜੀ ਨੇ ਇਹ ਹੁਕਮ ਕਰਨਾ ਕੀਤਾ। ਹੁਕਮਨਾਮੇ ਸਭ ਭਾਈ ਸੰਗਤਾਂ ਨੂੰ ਸਾਡੀ ਤਰਫੋਂ ਇਹ ਹੁਕਮਨਾਮੇ ਲਿਖ ਕੇ
ਬੜੀ ਸ਼ੀਘਰਤਾ ਦੇ ਨਾਲ ਪਹੁੰਚਾਉਣਾ ਕਰੋ। ਸਿੱਖ ਸੰਗਤ ਅਹਿਮਾਨ ਕਹਿੰਦੇ ਜਿੱਥੇ ਜਿੱਥੇ ਸਿੱਖ ਸੰਗਤ ਵਸਦੀ ਹੈ ਗੁਰੂ ਨਾਨਕ ਨਾਮ ਲੇਵਾ ਉਹਨਾਂ ਨੂੰ ਸਾਡੀ ਤਰਫੋਂ ਇਹ ਸੰਦੇਸ਼ੇ ਭੇਜਣਾ ਕਰੋ ਕਿ ਜਿਹੜਾ ਪਾਵਨ ਪਵਿੱਤਰ ਤੀਰਥ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕਰਕੇ ਵਸਾਇਆ ਹੈ ਸ੍ਰੀ ਤਰਨਤਾਰਨ ਸਾਹਿਬ ਵਾਲਾ, ਉੱਥੇ ਸਭ ਸੰਗਤਾਂ ਆਣ ਕੇ ਇਕੱਤਰ ਹੋਣਾ ਕਰਨ। ਨਾਲੇ ਉੱਥੇ ਤੀਰਥ ਤੇ ਇਸ਼ਨਾਨ ਕਰਨ, ਦਰਸ਼ਨ ਕਰਨ ਤੇ ਨਾਲੇ ਉੱਥੇ ਕੋਈ ਗੁਰਮਤਿ ਦੀਆਂ ਵਿਚਾਰਾਂ ਵੀ ਸਾਂਝੀਆਂ ਕਰਾਂਗੇ। ਤੇ ਜਿਹੜਾ ਇਸ਼ਨਾਨ ਦੀ ਭਾਵਨਾ ਦੇ ਨਾਲ ਆਵੇਗਾ ਉਹਦੇ ਲੋਕ ਤੇ ਪਰਲੋਕ ਦੇ ਜਿਹੜੇ ਕਾਰਜ ਹੈ ਉਹ ਸੌਰ ਜਾਣਗੇ। ਤੇ ਉਸੇ ਵੇਲੇ ਗੁਰੂ ਜੀ ਦਾ ਹੁਕਮ ਮੰਨ ਕੇ ਮਸੰਦਾਂ ਨੇ ਗੁਰੂ ਸਾਹਿਬ ਜੀ ਦੀ ਤਰਫੋਂ ਹੁਕਮਨਾਮੇ ਲਿਖਣੇ ਪ੍ਰਾਰੰਭ ਕਰ ਦਿੱਤੇ। ਭਾਦੋਵਤੀ ਦਸਵੀਂ ਜਦੋਂ ਇਹ ਦਿਨ ਸਤਿਗੁਰਾਂ ਨੇ ਉੱਥੇ ਬਤੀਤ ਕਰ ਲੈਣਾ ਕੀਤਾ, ਸਤਿਗੁਰੂ ਜੀ ਨੇ ਸਿੱਖ ਸੰਗਤਾਂ ਦੇ ਸਮੇਤ ਸ੍ਰੀ ਤਰਨਤਾਰਨ ਸਾਹਿਬ ਵਾਸਤੇ ਜਾਣ ਵਾਸਤੇ ਗੁਰੂ ਸਾਹਿਬ ਜੀ ਨੇ ਤਿਆਰੀ ਕਰਵਾ ਲੈਣਾ ਕੀਤੀ। ਤੇ ਨਾਲ ਸਤਿਗੁਰੂ ਜੀ ਦਾ ਪਰਿਵਾਰ, ਸਤਿਗੁਰੂ ਜੀ ਦੇ ਸਾਹਿਬਜ਼ਾਦੇ, ਮਾਤਾਵਾਂ ਸਾਰੇ ਹੀ ਸਤਿਗੁਰਾਂ ਦੇ ਨਾਲ ਤਿਆਰ ਹੋ ਗਏ। ਤੀਰਥ ਦੇ ਦਰਸ਼ਨ ਕਰਨ ਵਾਸਤੇ ਤੇ ਨਾਲੇ ਮੱਛੀਆਂ ਦੇ ਦਿਹਾੜੇ ਤੇ ਇਸ਼ਨਾਨ ਕਰਨ ਦੇ ਵਾਸਤੇ। ਮਾਤਾ ਦਮੋਦਰੀ ਜੀ ਵੀ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਸੋ ਰਥ ਦੇ ਵਿੱਚ ਸਵਾਰ ਹੋ ਗਈ। ਮਾਤਾ ਨਾਨਕੀ ਜੀ, ਮਾਤਾ ਬਰਵਾਹੀ ਜੀ ਉਹ ਵੀ ਆਪਣੇ ਆਪਣੇ ਰਥਾਂ ਤੇ ਸਵਾਰ ਹੋ ਕੇ ਚੱਲ ਪਏ। ਬੀਬੀ ਖੇਮ ਕੌਰ ਬਾਬਾ ਸੂਰਜਮਲ ਜੀ ਦੇ ਘਰੋਂ ਬੀਬੀ ਉਹ ਵੀ ਨਾਲ ਆਪਣੀਆਂ ਸੱਸਾਂ ਦੇ ਨਾਲ ਪਿਆਰ ਦੇ ਬੈਠ ਗਈ। ਜਿੰਨੀ ਸੰਗਤ ਜੀ ਅੰਮ੍ਰਿਤਸਰ ਦੇ ਵਿੱਚ ਜਾਂ ਹੋਰ ਦੂਰ ਦਰਾਡੇ ਤੋਂ ਆਈ ਹੋਈ ਉਹ ਸਾਰੀ ਨੇ ਸਤਿਗੁਰਾਂ ਦਾ ਹੁਕਮ ਮੰਨ ਕੇ ਸ੍ਰੀ ਤਰਨਤਾਰਨ ਨੂੰ ਚਾਲੇ ਪਾ ਦਿੱਤੇ। ਕਹਿੰਦੇ ਗੁਰੂ ਸਾਹਿਬ ਜੀ ਦੀ ਪੁੱਤਰੀ ਵੱਡਿਆਂ ਭਾਗਾਂ ਵਾਲੀ ਬੀਬੀ ਵੀਰੋ ਜੀ ਉਹ ਵੀ ਪ੍ਰਸੰਨ ਹੋ ਕੇ ਪਿਤਾ ਜੀ ਦੇ ਨਾਲ, ਮਾਤਾਵਾਂ ਦੇ ਨਾਲ ਚੱਲ ਪਈ। ਮਾਤਾ ਦਮੋਦਰੀ ਜੀ ਦੇ ਨਾਲ ਪ੍ਰਸੰਨ ਹੋ ਕੇ ਉਹ ਵੀ ਰਥ ਦੇ ਵਿੱਚ ਸਵਾਰ ਹੋ ਗਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਦੇ ਵਿੱਚ ਆ ਗਏ। ਨਮਸਕਾਰ ਕੀਤੀ ਹੈ। ਫਿਰ ਸਤਿਗੁਰੂ ਜੀ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਪਰਿਕਰਮਾ ਕਰਨਾ ਕੀਤੀਆਂ। ਕਹਿੰਦੇ ਗੁਰੂ ਸਾਹਿਬ ਜੀ ਦੀ ਫੌਜ ਤੇ ਸਤਿਗੁਰਾਂ ਦੇ ਸਾਹਿਬਜ਼ਾਦੇ ਉਹ ਵੀ ਹਰਿਮੰਦਰ ਦੇ ਵਿੱਚ ਨਤਮਸਤਕ ਹੋ ਕੇ ਸਤਿਗੁਰਾਂ ਦੇ ਨਾਲ ਬਾਹਰ ਆ ਗਏ। ਗੁਰੂ ਸਾਹਿਬ ਦੀ ਅੱਜ ਸੁੰਦਰ ਪਾਲਕੀ ਤੇ ਸਵਾਰ ਹੋਏ। ਕਦੀ ਗਰੀਬ ਨਵਾਜ ਘੋੜੇ ਤੇ ਸਵਾਰ ਹੁੰਦੇ, ਕਦੀ ਰਥ ਤੇ ਸਵਾਰ ਹੁੰਦੇ, ਕਦੀ ਪਾਲਕੀ ਦੇ ਵਿੱਚ ਸਜਦੇ। ਅੱਜ ਮਿਹਰਾਂ ਦੇ ਸਾਈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਸੁੰਦਰ ਪਾਲਕੀ ਦੇ ਵਿੱਚ ਚੌਕੜਾ ਮਾਰ ਕੇ ਸਜ ਗਏ। ਬਾਬਾ ਅਨੀ ਰਾਏ ਜੀ, ਬਾਬਾ ਸੂਰਜਮਲ ਜੀ ਗੁਰੂ ਸਾਹਿਬ ਜੀ ਦੇ ਸਤਿਕਾਰਯੋਗ ਸਾਹਿਬਜ਼ਾਦੇ ਉਹ ਵੀ ਘੋੜਿਆਂ ਤੇ ਸਵਾਰ ਹੋ ਗਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹ ਵੀ ਘੋੜੇ ਤੇ ਸਵਾਰ ਹੋ ਕੇ ਤੇ ਨਾਲ ਚੱਲ ਪਏ। ਭਾਈ ਗੁਰਦਾਸ ਜੀ ਉਹ ਵੀ ਤੇ ਹੋਰ
ਦੇ ਸਿੱਖ ਸੀ ਭਾਈ ਜੇਠਾ ਆਦਿਕ, ਭਾਈ ਪਿਰਾਣਾ ਆਦਿਕ, ਉਹ ਵੀ ਰਥਾਂ ਦੇ ਉੱਪਰ ਸਵਾਰ ਹੋ ਕੇ ਤੇ ਚੱਲ ਪਏ। ਅਵਰ ਚਲੇ ਸਭ ਹੈ ਜਨ ਥਾਏ। ਕਹਿੰਦੇ ਘੋੜਿਆਂ ਤੇ ਸਵਾਰ ਸੂਰਮੇ, ਕੋਈ ਰਥਾਂ ਤੇ ਹੈ ਤੇ ਕੋਈ ਆਪਣੀਆਂ ਆਪਣੀਆਂ ਪਾਲਕੀਆਂ ਦੇ ਵਿੱਚ ਸਵਾਰ ਹੋਇਆ। ਇਵੇਂ ਇਵੇਂ ਗੁਰੂ ਪਿਤਾ ਦੇ ਮਗਰ ਮਗਰ ਸਭ ਸਵਾਰ ਚੱਲ ਪਏ। ਬੜੀ ਭੀੜ ਮਾਰਗ ਮਹਿ ਚਾਲੇ। ਕਹਿੰਦੇ ਬੜੀ ਵੱਡੀ ਭੀੜ ਹੋ ਗਈ। ਜਿੰਨੇ ਵੀ ਸੁਣਿਆ ਕਿ ਸਤਿਗੁਰੂ ਜੀ ਸ੍ਰੀ ਤਰਨਤਾਰਨ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਚੱਲੇ ਤੇ ਖਾਸ ਗੁਰੂ ਜੀ ਨੇ ਹੁਕਮਨਾਮੇ ਭੇਜ ਕੇ ਤੇ ਸੰਗਤ ਨੂੰ ਤਰਨਤਾਰਨ ਬੁਲਾਇਆ ਹੈ। ਵੱਡਾ ਮਹਾਤਮ ਹੋਵੇਗਾ ਇਹ ਤੀਰਥ ਦਾ ਤੇ ਵੱਡੀਆਂ ਖੁਸ਼ੀਆਂ ਗੁਰੂ ਸਾਹਿਬ ਜੀ ਦੀਆਂ ਪ੍ਰਾਪਤ ਹੋਣਗੀਆਂ। ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਉਹਨਾਂ ਨੇ ਆਪਣੇ ਆਪਣੇ ਗੱਡੇ ਘੋੜੇ ਰਥ ਸਤਿਗੁਰਾਂ ਦੇ ਪਿੱਛੇ ਪਿੱਛੇ ਲਾ ਲਏ ਤੇ ਵੱਡੀ ਭਾਰੀ ਜਿਹੜੀ ਭੀੜ ਹੈ ਉਹ ਰਾਹੇ ਰਾਹ ਚੱਲ ਪਈ। ਸੁਪਾੜ ਮਸੰਦ ਲੀਏ ਗਨ ਨਾਲੇ। ਨਾਲ ਸਤਿਗੁਰਾਂ ਦੇ ਮੁਖੀ ਮਸੰਦ ਹੈ ਤੇ ਨਾਲ ਸਤਿਗੁਰਾਂ ਦੀ ਤਿਆਰ ਪਰ ਤਿਆਰ ਫੌਜ ਵੀ ਜਾ ਰਹੀ ਹੈ। ਡੇਢ ਗਜਾ ਦਿਖੇ ਜਨ ਗਏ। ਕਹਿੰਦੇ ਡੇਢ ਪਹਿਰ ਦੇ ਵਿੱਚ ਚੱਲ ਕੇ ਜਦੋਂ ਸ੍ਰੀ ਤਰਨਤਾਰਨ ਦੇ ਨਜ਼ਦੀਕ ਚਲੇ ਗਏ, ਤੀਰਥ ਦਰਸ ਸੁਲੋਕ ਭਏ। ਦੂਰੋਂ ਹੀ ਤਰਨਤਾਰਨ ਦਿਖਣਾ ਪ੍ਰਾਰੰਭ ਹੋ ਗਿਆ। ਸਭ ਸਿੱਖਾਂ ਨੇ ਸੂਰਮਿਆਂ ਨੇ ਦੇਖਿਆ ਕਿ ਇਸ ਵੇਲੇ ਸ੍ਰੀ ਤਰਨਤਾਰਨ ਸਾਹਿਬ ਬਿਲਕੁਲ ਨਜ਼ਦੀਕ ਹੀ ਰਹਿ ਗਿਆ ਹੈ। ਕਹਿੰਦੇ ਪੂਰਬ ਦਿਸ਼ਾ ਵਾਲੇ ਪਾਸੇ ਸਤਿਗੁਰੂ ਜੀ ਨੇ ਆਪਣੇ ਸਾਰੀਆਂ ਸੰਗਤਾਂ ਦੇ ਸਮੇਤ ਪਰਿਵਾਰ ਦੇ ਸਮੇਤ ਡੇਰਾ ਲਾ ਲੈਣਾ ਕੀਤਾ। ਕਹਿੰਦੇ ਸਤਿਗੁਰਾਂ ਦਾ ਪਰਿਵਾਰ ਉਹਨਾਂ ਦੇ ਵਾਸਤੇ ਵੀ ਤੰਬੂ ਆਦਿਕ ਕਨਾਤਾਂ ਜਿਹੜੀਆਂ ਉਹ ਲਾ ਦੇਣਾ ਕੀਤੀਆਂ ਤੇ ਪਿਛਲੇ ਪਹਿਰ ਦਾ ਲੰਗਰ ਉਹ ਵੀ ਸਤਿਗੁਰੂ ਜੀ ਦੇ ਨਾਲ ਜਿਹੜੇ ਪਿਆਰੇ ਲਾਂਗਰੀ ਸੀ ਉਹਨਾਂ ਨੇ ਤਿਆਰ ਕਰਨਾ ਕੀਤਾ। ਕਹਿੰਦੇ ਸਭ ਨੇ ਬੜੇ ਆਨੰਦ ਦੇ ਨਾਲ ਭਾਵਨਾ ਦੇ ਨਾਲ ਬੈਠ ਕੇ ਪ੍ਰਸ਼ਾਦਾ ਛਕਿਆ। ਸੰਗਤਾਂ ਨੂੰ ਵੀ ਛਕਾਉਣਾ ਕੀਤਾ। ਕਹਿੰਦੇ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੀਰਥ ਰਚਨਾ ਕੀਤੀ ਸੀ, ਉੱਥੋਂ ਦੇ ਮਹਾਤਮ ਦੇ ਬਾਰੇ, ਉੱਥੋਂ ਦੇ ਇਤਿਹਾਸ ਦੇ ਬਾਰੇ ਕੁਝ ਸਿੱਖਾਂ ਨੂੰ ਪਤਾ ਹੈ ਤੇ ਕੁਝ ਸੰਗਤਾਂ ਤੇ ਸਿੱਖਾਂ ਨੂੰ ਪਤਾ ਨਹੀਂ। ਗੁਰੂ ਸਾਹਿਬ ਜੀ ਹੁਣ ਉਹ ਪ੍ਰਸੰਗ ਜਿਹੜਾ ਸਿੱਖਾਂ ਦੀ ਭਾਵਨਾ ਦੇ ਅਨੁਸਾਰ ਸਭ ਸੰਗਤਾਂ ਦੇ ਵਿੱਚ ਬੈਠ ਕੇ ਤੇ ਦਰਸਾਉਣ ਲੱਗੇ। ਕਹਿੰਦੇ ਬਾਬਾ ਭਾਨਾ ਜੀ ਉਹਨਾਂ ਨੇ ਬੇਨਤੀ ਕੀਤੀ ਸਭ ਸੰਗਤਾਂ ਸਿੱਖਾਂ ਦੀ ਤਰਫੋਂ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੋਂ ਦਾ ਇਤਿਹਾਸ ਵੀ ਸੁਣਾਓ। ਤੁਹਾਡੇ ਨਾਲ ਜਿਹੜੇ ਪੁਰਾਤਨ ਸਿੱਖ ਹੈ ਉਹਨਾਂ ਨੂੰ ਪਤਾ ਹੋਵੇਗਾ, ਪਰ ਕਈਆਂ ਸੰਗਤਾਂ ਨੂੰ ਸਿੱਖਾਂ ਨੂੰ ਨਹੀਂ ਪਤਾ ਕਿ ਇਹ ਤੀਰਥ ਕਿਹਨੇ ਵਸਾਇਆ, ਇਹ ਕੈਸਾ ਮਹਾਤਮ ਹੈ। ਸਤਿਗੁਰੂ ਜੀ ਨੂੰ ਬਾਬਾ ਭਾਨਾ ਜੀ ਨੇ ਪ੍ਰਸੰਨ ਹੋ ਕੇ ਬੇਨਤੀ ਕੀਤੀ। ਸਤਿਗੁਰੂ ਜੀ ਕਹਿੰਦੇ ਤਰੋਦਸੀ ਤੇ 14 ਨੂੰ ਮੁੱਖ ਰੱਖ ਕੇ ਅਸੀਂ ਇੱਥੇ ਆਏ ਹੋਏ ਹੈ ਤੇ ਜਿਹੜੇ ਜਿਹੜੇ ਵੀ ਆਣ ਕੇ ਇੱਥੇ ਬੰਦਨਾ ਕਰਨਗੇ, ਤੀਰਥ ਤੇ ਆਣ ਕੇ ਇਸ਼ਨਾਨ ਕਰਨਗੇ। ਸਤਿਗੁਰੂ ਜੀ ਕਹਿੰਦੇ ਭਾਈ ਸਾਰਿਆਂ ਦੀ ਭਾਵਨਾ ਦੇ ਅਨੁਸਾਰ ਸਭ ਨੂੰ ਤੀਰਥ ਤੇ ਲੈ ਕੇ ਆਏ ਹੈ ਤੇ ਇਸ਼ਨਾਨ ਕਰਨ ਭਾਵਨਾ ਦੇ ਨਾਲ ਤੇ ਇਹਨਾਂ ਦੀ ਵੀ ਕਲਿਆਣ ਹੋ ਜਾਵੇ ਤੇ ਤੀਰਥ ਦੇ ਉੱਪਰ ਇੱਕ ਵੱਡਾ ਭਾਰੀ ਜੋੜ ਮੇਲਾ ਹੋਵੇਗਾ। ਸੰਗਤਾਂ ਜਿਹੜੀਆਂ ਇੱਕ ਦੂਜੇ ਨੂੰ ਮਿਲਣਗੀਆਂ, ਪਿਆਰ ਵਧਣਾ ਕਰੇਗਾ। ਇਹ ਸਤਿਗੁਰੂ ਜੀ ਨੇ ਬਾਬਾ ਭਾਨਾ ਜੀ ਦੇ ਨਾਲ ਵਚਨ ਕੀਤੇ। ਮੱਸਿਆ ਵਾਲੇ ਦਿਨ ਜਿਹੜਾ ਵੀ ਜੀਵ ਆੜ ਕੇ ਇੱਥੇ ਇਸ਼ਨਾਨ ਕਰੇਗਾ, ਕਿਉਂਕਿ ਇਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਸਾਇਆ ਹੋਇਆ ਪਵਿੱਤਰ ਅਸਥਾਨ ਹੈ।
ਉਹਨਾਂ ਨੇ ਹੀ ਪਵਿੱਤਰ ਸਰੋਵਰ ਦੀ ਇੱਥੇ ਰਚਨਾ ਕੀਤੀ। ਸਤਿਗੁਰ ਸਦਾ ਵਿਸਾਰ ਲਗਾਈ। ਕਹਿੰਦੇ ਸਤਿਗੁਰ ਜੀ ਦੱਸਣ ਲੱਗੇ ਕਿ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਿਸ਼ਾਲ ਸੰਗਤਾਂ ਨੂੰ, ਸਿੱਖਾਂ ਨੂੰ ਇਕੱਤਰ ਕਰਨਾ ਕੀਤਾ। ਸਤਿ ਆਏ ਆਏ ਸਪਦਾਈ। ਬਹੁਤ ਸੰਗਤ ਚੱਲ ਚੱਲ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਈ। ਅਦੇ ਜਗ ਦੇ ਹਾਲ ਗੋਬਰ ਜਾਵੇ। ਕੋਈ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਆਉਂਦਾ ਹੈ ਤੇ ਕੋਈ ਕਿਸੇ ਪ੍ਰਕਾਰ ਦੀ ਭਾਵਨਾ ਲੈ ਕੇ ਗੁਰੂ ਜੀ ਦੇ ਪਾਸ ਆਉਣ ਲੱਗੇ। ਜੋਗੀ ਵੇਖ ਚੜਾਏ। ਤੇ ਕੋਈ ਸੁੰਦਰ ਬਾਦਰ ਮਿਲਦਾ ਹੈ ਗੁਰੂ ਸਾਹਿਬ ਜੀ ਨੂੰ ਅਰਪਣ ਕਰਨ ਵਾਸਤੇ, ਕੋਈ ਪਰਿਵਾਰ ਦੇ ਵਾਸਤੇ, ਕੋਈ ਸਿੱਖਾਂ ਦੇ ਵਾਸਤੇ। ਸਭ ਸਿੱਖਾਂ ਨੇ ਆਪਣੀ ਆਪਣੀ ਤਰਫੋਂ ਭੇਟਾ ਆਪਣੇ ਪਾਸ ਲਈ ਹੋਈ ਹੈ। ਰਹਿ ਕਾਮਨਾ ਕੀ ਅਰਦਾਸ। ਤੇ ਆਪਣੀ ਜਿਹੜੀ ਕਾਮਨਾ ਹੁੰਦੀ ਹੈ, ਕਿਸੇ ਨੂੰ ਦੁੱਧ ਦੀ ਪ੍ਰਾਪਤੀ ਵਾਸਤੇ, ਕਿਸੇ ਨੂੰ ਪੁੱਤਰ ਦੀ ਪ੍ਰਾਪਤੀ ਦੇ ਵਾਸਤੇ, ਉਹ ਆਣ ਕੇ ਗੁਰੂ ਸਾਹਿਬ ਜੀ ਦੇ ਪਾਸ ਮੇਵੜੇ ਨੂੰ ਦੱਸ ਦਿੰਦਾ ਹੈ ਕਿ ਮੇਰੀ ਇਹ ਭਾਵਨਾ ਹੈ। ਤੇ ਮੇਵੜੇ ਬਾਣੀ ਪੜ੍ਹਨ ਵਾਲੇ ਉਹਨਾਂ ਦੀ ਡਿਊਟੀ ਲਾਈ ਜਾਂਦੇ, ਜਿਹੜੇ ਸਤਿਗੁਰਾਂ ਦੇ ਉੱਪਰ ਭਾਵਨਾ ਰੱਖਣ ਵਾਲੇ ਆ, ਬਾਣੀ ਪੜ੍ਹਨ ਵਾਲੇ, ਉਹਨਾਂ ਤੋਂ ਅਰਦਾਸ ਕਰਾਈ ਹੋਈ ਜਿਹੜੀ ਸਫਲੀ ਹੁੰਦੀ। ਇਹ ਨਹੀਂ ਜਿਹੜਾ ਮਰਜ਼ੀ ਮਿਲ ਗਿਆ, ਕਿਉਂਕਿ ਗੁਰੂ ਜੀ ਨੇ ਸਾਨੂੰ ਕਿਹਾ ਹੈ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜਨ ਹੋਵੇਗਾ ਤੇ ਅਰਦਾਸ ਪ੍ਰਵਾਨ ਹੋਵੇਗੀ। ਹੁਣ ਜਿਹਨੇ ਆਪ ਹੀ ਬਾਣੀ ਪੜ੍ਹੀ ਨਹੀਂ, ਕਦੀ ਸੁਣੀ ਨਹੀਂ ਹੈ, ਉਹਨੂੰ ਕਹਿ ਦਈਏ ਭਾਈ ਮੇਰੀ ਅਰਦਾਸ ਕਰ ਦੇ, ਉਹਦੇ ਨਾਲੋਂ ਆਪ ਅਰਦਾਸ ਕਰ ਲੈਣੀ ਬਹੁਤ ਚੰਗੀ। ਜਾਂ ਤੇ ਕੋਈ ਪਤਾ ਹੋਵੇ ਵੀ ਇਹ ਬਾਣੀ ਪੜ੍ਹਨ ਵਾਲਾ ਹੈ, ਗੁਰੂ ਸਾਹਿਬ ਜੀ ਦੇ ਉੱਪਰ ਸ਼ਰਧਾ ਰੱਖਣ ਵਾਲਾ ਹੈ, ਫਿਰ ਤੇ ਠੀਕ ਹੈ। ਨਹੀਂ ਤੇ ਆਪ ਭਾਵਨਾ ਦੇ ਨਾਲ ਅਰਦਾਸ ਕਰ ਲਵੇ, ਕਿਉਂਕਿ ਕਿਹੜੀ ਸਾਡੀ ਸੁਣੀ ਨਹੀਂ ਜਾਂਦੀ। ਗੁਰੂ ਸਾਹਿਬ ਜੀ ਸਭ ਦੀਆਂ ਅਰਦਾਸਾਂ ਭਾਵਨਾ ਸੁਣਦੇ। ਇਸ ਕਰਕੇ ਜੇ ਭਾਵਨਾ ਦੇ ਨਾਲ ਅਰਦਾਸ ਕਰਾਉਣੀ ਹੈ ਤੇ ਭਾਵਨਾ ਵਾਲਾ ਸਿੱਖ ਵੀ ਚਾਹੀਦਾ, ਵੀ ਬਾਣੀ ਪੜ੍ਹਨ ਵਾਲਾ ਹੋਵੇ, ਨਿਤਨੇਮੀ ਹੋਵੇ, ਨਿਮਰਤਾ ਵਾਲਾ ਹੋਵੇ, ਸ਼ਰਧਾ ਵਾਲਾ ਹੋਵੇ, ਤਾਂ ਉਹ ਅਰਦਾਸ ਪੂਰੀ ਹੋਵੇਗੀ। ਸਤਿਗੁਰੂ ਜੀ ਐਸੇ ਐਸੇ ਮੇਵੜੇ ਰੱਖਦੇ ਕਿ ਜਿਨ੍ਹਾਂ ਦਾ ਜੀਵਨ ਵੀ ਉੱਚਾ ਤੇ ਜਿਨ੍ਹਾਂ ਦਾ ਆਚਰਣ ਵੀ ਬਹੁਤ ਚੰਗਾ, ਤੇ ਗੁਰੂ ਸਾਹਿਬ ਜੀ ਦੇ ਹਰ ਹੁਕਮ ਨੂੰ ਮੰਨਣ ਵਾਲੇ। ਉਹਨਾਂ ਨੂੰ ਆਣ ਕੇ ਸੰਗਤਾਂ ਫਿਰ ਬੇਨਤੀ ਕਰ ਦਿੰਦੀਆਂ ਕਿ ਭਾਈ ਸਾਹਿਬ ਜੀ ਮੇਰੀ ਇਹ ਭਾਵਨਾ ਹੈ, ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰੋ। ਉਹ ਮੇਵੜੇ ਫਿਰ ਅਰਦਾਸ ਕਰਦੇ ਗੁਰੂ ਸਾਹਿਬ ਜੀ ਦੇ ਅੱਗੇ। ਸਤਿਗੁਰੂ ਜੀ ਕਹਿੰਦੇ ਐਵੇਂ ਮੇਵੜੇ ਖੜੇ ਹੋਏ ਅਰਦਾਸ ਕਰਦੇ, ਇੱਕ ਨਹੀਂ ਕਈ ਕਈ ਮੇਵੜੇ ਖੜੇ ਰਹਿੰਦੇ, ਕਿਉਂਕਿ ਸੰਗਤਾਂ ਬੇਅੰਤ ਆਉਂਦੀਆਂ, ਭੀੜ ਲੱਗੀ ਆਉਂਦੀ ਹੈ, ਤੇ ਹਰ ਇੱਕ ਭਾਵਨਾ ਦੇ ਨਾਲ ਭੇਟਾ ਲੈ ਕੇ ਆਉਂਦਾ, ਤੇ ਇੱਕ ਮੇਵੜਾ ਅਰਦਾਸਾਂ ਕਰ ਹੀ ਨਹੀਂ ਸਕਦਾ ਇੰਨੀਆਂ। ਇਸ ਕਰਕੇ ਕਵੀ ਜੀ ਕਹਿੰਦੇ ਗੁਰੂ ਸਾਹਿਬ ਜੀ ਦੱਸ ਰਹੇ ਭਾਈ ਮੇਵੜੇ ਜੋ ਜੋ ਸੰਗਤਾਂ ਭਾਵਨਾ ਲੈ ਕੇ ਆਉਂਦੀਆਂ ਉਹਦੇ ਅਨੁਸਾਰ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰ ਦਿੰਦੇ। ਸ੍ਰੀ ਸਤਿਗੁਰ ਦੇ ਪਾਸ ਸ੍ਰੀ ਸਤਿਗੁਰ ਜੀ ਦੇ ਅੱਗੇ ਅਰਦਾਸ ਹੁੰਦੀ ਤੇ ਸਤਿਗੁਰ ਜੀ ਕਿਰਪਾ ਕਰਕੇ ਉਹ ਭਾਵਨਾ ਪੂਰੀ ਕਰ ਦਿੰਦੇ। ਸ੍ਰੀ ਹਰਿਗੋਬਿੰਦ ਵਿਰਾਲਕਾਨੀ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹ ਬਚਨ ਕਰਦੇ ਹਨ, ਮਹਿਮਾ ਤੀਰਥ ਉਨ ਮਹਾਨੀ। ਤੀਰਥ ਦੀ ਜਿਹੜੀ ਮਹਿਮਾ ਹੈ ਨਾ, ਇਹਦਾ ਬੜਾ ਭਾਰੀ ਪੁੰਨ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਤੀਰਥ ਰੱਖੇ ਜਿੱਥੇ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਹੈ, ਜਿੱਥੇ ਸਾਡੇ ਗੁਰਦੁਆਰੇ ਹੈ ਉੱਥੇ ਤੀਰਥ ਵੀ। ਭਾਵੇਂ ਅੱਜ ਬੜੇ ਲੋਕ ਕਹਿੰਦੇ ਜੀ ਤੇ ਪਹਿਲੇ ਪਾਣੀ ਪੀਣ ਵਾਸਤੇ ਸਾਧਨ ਹੁੰਦੇ ਸੀ, ਕਈ ਤਰ੍ਹਾਂ ਦੀਆਂ ਹੁਜਤਾਂ, ਕਿਉਂਕਿ ਜਿਹੜੀ ਭਾਵਨਾ ਨਹੀਂ ਨਾ, ਸ਼ਰਧਾ ਨਹੀਂ ਹੈ, ਉਹ ਹੁਜਤਾਂ ਕਰੇਗਾ ਹੀ ਕਰੇਗਾ। ਤੇ ਜਿਹਦੀ ਭਾਵਨਾ ਹੈ, ਸ਼ਰਧਾ ਹੈ, ਉਹਦੇ ਵਾਸਤੇ ਸਭ ਕੁਝ ਕਬੂਲ ਹੈ, ਕਿਉਂਕਿ ਭਾਵਨਾ ਸ਼ਰਧਾ ਤੇ ਉਹ ਹੈ ਨਾ ਤੇ ਜਿੱਥੇ ਵੀ ਖੜ ਗਿਆ ਉਹਦੇ ਵਾਸਤੇ ਸਭ ਕੁਝ ਮੌਜੂਦ ਹੀ ਹੈ। ਹੁਣ ਭਾਵਨਾ ਤੇ ਉਹਨਾਂ ਦੀ ਪੂਰੀ ਹੋਈ ਨਾ ਰੱਬ ਨੇ, ਜਿਨ੍ਹਾਂ ਨੇ ਵਿਸ਼ਵਾਸ ਕੀਤਾ। ਤੇ ਜਿਹੜਾ ਪ੍ਰੈਕਟੀਕਲ ਦੇ ਨਾਲ ਜਿਵੇਂ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ, ਤੇ ਜੇ ਭਾਵਨਾ ਵਾਲਾ ਭਾਵਨਾ ਨਾ ਹੋਵੇ, ਕਹੇ ਭਾਈ ਮੈਂ ਆ ਕਿਵੇਂ ਹੋਵੇਗਾ। ਭਾਵਨਾ ਤੇ ਇਹ ਹੈ ਨਾ ਕਿ ਮੇਰਾ ਗੁਰੂ ਸਮਰੱਥ ਹੈ,
ਜੋ ਨਹੀਂ ਵੀ ਹੋ ਸਕਦਾ ਉਹ ਹੋ ਸਕਦਾ। ਭਾਵਨਾ ਤੇ ਇਹ ਹੈ ਨਾ, ਤੇ ਜੇ ਮਨ ਦੇ ਵਿੱਚ ਮੈਂ ਵੇਖਾਂ ਕਿਸੇ ਦੀ ਭਾਵਨਾ ਪੂਰੀ ਹੋਈ ਹੈ, ਏਦਾਂ ਕਿਉਂ ਹੋ ਸਕਦਾ? ਏਦਾਂ ਥੋੜਾ ਹੋ ਸਕਦਾ ਕਿ ਪੰਜਾ ਲੱਗ ਗਿਆ ਹੋਵੇ, ਕੋਈ ਸਿੱਖ ਅੱਗ ਦੇ ਵਿੱਚ ਬਹਿ ਗਿਆ ਹੋਵੇ। ਇਹ ਕਿਵੇਂ ਹੋ ਸਕਦਾ? ਅੱਗ ਤੇ ਸਾੜ ਦਿੰਦੀ ਹੈ। ਭਾਈ ਜੀ ਦਾ ਗੁਰੂ ਤੇ ਭਰੋਸਾ ਹੈ ਨਾ, ਉਹ ਵੱਡੇ ਤੋਂ ਵੱਡੇ ਕੌਤਕ ਨੂੰ ਦੇਖ ਕੇ ਵੀ ਕਹਿੰਦਾ ਭਾਈ ਇਹ ਕਿਹੜਾ ਮੇਰੇ ਗੁਰੂ ਦੇ ਅੱਗੇ ਹੈ। ਗੁਰੂ ਸਾਹਿਬ ਜੀ ਤੇ ਵੱਡੇ ਵੱਡੇ ਕਾਰਜ ਕਰ ਦਿੰਦੇ ਹੈ, ਇਹ ਤੇ ਗੱਲ ਹੀ ਕੋਈ ਨਹੀਂ, ਇਹ ਤੇ ਛੋਟੀ ਜਿਹੀ ਗੱਲ ਹੈ। ਕਿਉਂਕਿ ਗੁਰੂ ਸਾਹਿਬ ਜੀ ਸਮਰੱਥ ਹੈ, ਦਾਤੇ ਹੈ, ਜੋ ਚਾਹਣ ਸੋ ਕਰ ਸਕਦੇ। ਕਹਿੰਦੇ ਗੁਰੂ ਸਾਹਿਬ ਜੀ ਇਹ ਵਚਨ ਕਰਦੇ ਸੰਗਤਾਂ ਦੇ ਨਾਲ, ਭਾਈ ਇਹ ਜਿਹੜਾ ਤੀਰਥ ਹੈ ਨਾ, ਇਹਦੀ ਬੜੀ ਵੱਡੀ ਮਹਿਮਾ, ਬੜਾ ਵੱਡਾ ਇਹਦਾ ਮਹਾਤਮ ਹੈ। ਜਿਹੜਾ ਇੱਥੇ ਆਣ ਕੇ ਮੱਸਿਆ ਵਾਲੇ ਦਿਨ ਇਸ਼ਨਾਨ ਕਰਨਗੇ, ਉਹਨਾਂ ਨੂੰ ਦੁੱਧ ਤੇ ਪੁੱਤਰਾਂ ਦੀ ਪ੍ਰਾਪਤੀ ਹੋਵੇਗੀ। ਭਾਵਨਾ ਵਾਲਿਆਂ ਨੂੰ, ਹੁਣ ਜਿਹੜੇ ਪੜ੍ਹੇ ਲਿਖੇ ਜਿਸ ਤਰ੍ਹਾਂ ਕਟਾਸ ਕਰਨ ਵਾਲੇ, ਉਹਨਾਂ ਨੇ ਤੇ ਇਹੀ ਕਹਿਣਾ ਨਾ ਭਾਈ ਪੁੱਤਰ ਦੀ ਪ੍ਰਾਪਤੀ ਤੇ ਹੋਣੀ ਹੈ। ਦੋਵੇਂ ਜੀ ਹੈ, ਉਹਨਾਂ ਦੇ ਮਿਲਾਪ ਦੇ ਨਾਲ, ਸਰੋਵਰ ਦਾ ਪਾਣੀ ਪੀਣ ਦੇ ਨਾਲ ਥੋੜਾ ਪੁੱਤਰ ਪੈਦਾ ਹੋ ਜਾਂਦੇ। ਹੁਣ ਉਹਨਾਂ ਨੂੰ ਭਾਵਨਾ ਦਾ ਥੋੜਾ ਪਤਾ ਕਿ ਗੁਰੂ ਜੋ ਚਾਹਣ ਸੋ ਕਰ ਸਕਦੇ। ਹੁਣ ਜੇ ਉਹਨਾਂ ਦੇ ਮਨ ਦੇ ਵਿੱਚ ਇਹੀ ਹੈ ਕਿ ਕਿਵੇਂ ਹੋ ਸਕਦਾ, ਤੇ ਜਿਨ੍ਹਾਂ ਦੇ ਨਹੀਂ ਹੁੰਦੇ ਉਹਨਾਂ ਨੂੰ ਕਰਕੇ ਦੇਖਣ ਨਾ। ਫਿਰ ਗੁਰੂ ਦੇ ਜਿਨ੍ਹਾਂ ਦੇ ਕਰਮਾਂ 'ਚ ਨਹੀਂ ਲਿਖਿਆ, ਉਹਨਾਂ ਦੇ ਸੱਤ ਲਿਖ ਦਿੰਦਾ। ਸਾਡਾ ਇਤਿਹਾਸ ਹੈ, ਪ੍ਰਤੱਖ ਸਾਰਾ ਕੁਝ ਸਾਡੇ ਸਾਹਮਣੇ, ਪਰ ਇਹਨਾਂ ਦੇ ਕੋਲ ਕੀ ਪ੍ਰਤੱਖ ਹੈ? ਕੁਝ ਵੀ ਨਹੀਂ, ਗੱਲਾਂ ਹੀ ਕਰਨੀਆਂ ਨਾ। ਇਸ ਕਰਕੇ ਭਾਵਨਾ ਵਾਲੇ ਜਿਹੜੇ ਉਹ ਸਾਰਾ ਕੁਝ ਪ੍ਰਾਪਤ ਕਰ ਲੈਂਦੇ। ਤੇ ਗੱਲਾਂ ਕਰਨ ਸਿਖਾਲਣੀਆਂ, ਔਖੇ ਪਾਲਣੇ ਬੋਲ। ਗੱਲਾਂ ਤੇ ਹਰ ਕੋਈ ਕਰ ਲੈਂਦਾ ਹੈ। ਗੱਲਾਂ ਦਾ ਕੀ, ਬਹਿ ਕੇ ਜਿੰਨੀਆਂ ਮਰਜ਼ੀ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਕਰੀ ਜਾਵੇਗਾ, ਪਰ ਉਹਨਾਂ ਦੇ ਗੱਲਾਂ ਦੇ ਵਿੱਚ ਦਮ ਕਿੰਨਾ ਹੈ, ਸੁਣਨ ਵਾਲਾ ਅੱਗੇ ਪ੍ਰਸੰਨ ਕਿੰਨਾ ਹੁੰਦਾ ਕਿ ਇਹਦੇ ਵਿੱਚ ਗੱਲਾਂ ਦੇ ਦਮ ਹੈ। ਕਿਵੇਂ ਜਿਵੇਂ ਉੱਠ ਕੇ ਚਲੇ ਗਿਆ, ਮਗਰੋਂ ਕਹਿ ਦਿੰਦੇ ਐਵੇਂ ਮਾਰੀ ਜਾਂਦਾ, ਨਾ ਕੋਈ ਇਹਦੀ ਗੱਲ ਦੇ ਵਿੱਚ ਰਸ ਹੈ ਤੇ ਨਾ ਕੋਈ ਮਤਲਬ। ਤੇ ਇੱਕ ਮਤਲਬ, ਹਰ ਗੱਲ ਮਤਲਬ ਦੇ ਨਾਲ ਬੋਲਦਾ। ਜੋ ਗੁਰੂ ਸਾਹਿਬ ਜੀ ਕਹਿੰਦੇ ਕਿ ਬਹੁਤਾ ਬੋਲਣ ਝੱਖਣ ਹੋਏ, ਕਿ ਜਿਹੜਾ ਬਹੁਤਾ ਬੋਲਣਾ ਹੈ ਨਾ ਉਹ ਰੌਲਾ ਪਾਉਣਾ ਹੀ। ਗੱਲ ਓਨੀ ਕਰੋ ਕਿ ਅਗਲਾ ਕਹੇ ਭਾਈ ਗੱਲ ਤੇ ਭਾਵੇਂ ਦੋ ਹੀ ਕੀਤੀਆਂ ਨਾ, ਹੈ ਕਿਸੇ ਮਤਲਬ ਵਾਲੀਆਂ ਹੈ, ਸਿਆਣਪ ਵਾਲੀਆਂ ਹੈ, ਕੰਮ ਆਉਣ ਵਾਲੀਆਂ ਹੈ। ਜਿਵੇਂ ਕਈ ਕਹਿ ਦਿੰਦੇ ਨਾ ਇੱਕ ਗੱਲ ਲੱਖ ਰੁਪਏ ਦੀ, ਪਰ ਹੋਵੇ ਤੇ ਫੇਰ ਹੈ ਨਾ। ਇਹ ਨਾ ਹੋਵੇ ਗੱਲ ਲੱਖ ਤੇ ਰੁਪਏ ਇੱਕ ਦੀ ਵੀ ਨਾ ਹੋਵੇ। ਇਸ ਕਰਕੇ ਜਿਹੜੀ ਭਾਵਨਾ ਹੈ, ਜਿਹੜੀ ਸ਼ਰਧਾ ਹੈ, ਉਹ ਮਹਾਂਪੁਰਖ ਬੜੇ ਬੜੇ ਗਿਆਨੀ ਕਹਿੰਦੇ ਕਿ ਜਿਵੇਂ ਅੱਖਾਂ ਮੀਟ ਲਈਆਂ ਤੇ ਕਿਹਾ ਕਿ ਮੈਂ ਸਾਹਮਣੇ ਬੈਠਾ ਗੁਰੂ ਦੇ, ਪਰ ਸਾਹਮਣੇ ਨਹੀਂ ਹੈ। ਅੱਖਾਂ ਮੀਟ ਲਈਆਂ ਕਿ ਮੈਂ ਗੁਰੂ ਦੇ ਸਾਹਮਣੇ, ਹਿਰਦੇ ਦੇ ਵਿੱਚ ਯਾਦ ਕਰ ਰਿਹਾ ਤੇ ਗੁਰੂ ਜੀ ਸਾਹਮਣੇ। ਕਿਉਂਕਿ ਗੁਰੂ ਦੇ ਕਿਸੇ ਤੋਂ ਓਲੇ ਨਹੀਂ ਨਾ। ਅਸੀਂ ਤੇ ਸਮਾਂ ਕੱਢਦੇ ਕਿ ਗੁਰੂ ਘਰ ਜਾਣਾ ਹੈ, ਗੁਰੂ ਦੇ ਦੀਦਾਰ ਕਰਨੇ, ਪਰ ਜਿਨ੍ਹਾਂ ਨੂੰ ਹਿਰਦੇ ਘਰ ਦੇ ਵਿੱਚੋਂ ਦੀਦਾਰ ਹੋਣ ਲੱਗ ਪੈਂਦੇ ਆ, ਉਹ ਤੇ ਘਰੇ ਬੈਠੇ ਵੀ ਗੁਰੂ ਜੀ ਕਹਿੰਦੇ ਨਾ, ਘਰ ਬੈਠੇ ਗੁਰੂ ਧਿਆਏ ਹੋ, ਤੇ ਘਰ ਬੈਠੇ ਵੀ ਗੁਰੂ ਦੇ ਦਰਸ਼ਨ ਦੀਦਾਰ। ਕਿਉਂਕਿ ਉਹ ਪ੍ਰਤੱਖ ਦੇਖਦੇ ਆ। ਘਰ ਘਟ ਮੈਂ ਹਰ ਜੂ ਬਸਰ ਸੰਤਨ ਕਹਿਓ ਪੁਕਾਰ। ਸੰਤ ਜਨਾਂ ਨੇ, ਭਗਤ ਜਨਾਂ ਨੇ ਕਿਹਾ ਕਿ ਉਹ ਹਾਜ਼ਰ ਨਾਜ਼ਰ ਹੈ, ਜਿੱਥੇ ਵੀ ਰਾਤਾਂ ਵੀ ਉੱਥੇ ਹੀ ਹਾਜ਼ਰ ਹੈ। ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿੱਤ ਸਹਾਈ, ਉੱਥੇ ਹੀ ਸਹਾਈ ਹੁੰਦਾ। ਤੇ ਜੇ ਮਨ ਦੇ ਵਿੱਚ ਭਾਵਨਾ ਹੋਵੇ ਕਿ ਮੈਂ ਇਹ ਅਰਦਾਸ ਕਰਨ ਗੁਰਦੁਆਰੇ ਜਾਵਾਂਗਾ ਤੇ ਆਹ ਕੁਝ ਮੈਨੂੰ ਮਿਲੇਗਾ। ਹੁਣ ਕਿੱਥੇ ਕਿੱਥੇ ਸਮੁੰਦਰ ਦੇ ਵਿੱਚ ਜਹਾਜ਼, ਉਤੋਂ ਹੁਣ ਸਿੱਖ ਕਹਿੰਦਾ ਕਿ ਗੁਰੂ ਜੀ ਕਿਰਪਾ ਕਰੋ। ਜਾਂ ਮਨ ਦੇ ਵਿੱਚ ਸੋਚਦਾ ਕਿ ਮੇਰਾ ਗੁਰੂ ਥੋੜਾ ਇੱਥੇ ਸੁਣਦਾ ਤੇ ਉਹਨੇ ਉੱਥੇ ਹੀ ਅੜੇ ਰਹਿਣਾ ਸੀ। ਉਹਨੂੰ ਪਤਾ ਸੀ ਗੁਰੂ ਮੇਰਾ ਸਦ ਸੁਣਦਾ, ਸਦ ਦੇਖਦਾ, ਸ਼ਬਦ ਰਹਿਆ ਭਰਪੂਰ। ਗੁਰੂ ਮੇਰੇ ਦੂਰੋਂ ਵੀ ਦੇਖਦੇ ਆ, ਨੇੜਿਓਂ ਵੀ ਦੇਖਦੇ ਆ, ਦੂਰੋਂ ਵੀ ਸੁਣਦੇ ਆ, ਨਜ਼ਦੀਕ ਤੋਂ ਵੀ ਸੁਣਦੇ। ਭਾਵਨਾ ਸੀ, ਅਰਦਾਸ ਕੀਤੀ ਸਮੁੰਦਰ ਦੇ ਵਿੱਚ ਤੇ ਗੁਰੂ ਜੀ ਨੇ ਉੱਥੇ ਜਾ ਕੇ ਬੇੜਾ ਬੰਨੇ ਲਾ ਦਿੱਤਾ। ਤਾਈਓ ਤੇ ਸਾਡਾ ਇਤਿਹਾਸ ਹੈ,
ਤਾਈਓ ਤੇ ਇਹਨਾਂ ਨੂੰ ਦੁੱਖ ਹੁੰਦਾ ਇਤਿਹਾਸ ਦੇ ਉੱਪਰ। ਐਸੇ ਮਹਾਂਪੁਰਖ ਨੇ ਇਤਿਹਾਸ ਲਿਖਿਆ ਹੋਵੇ, ਬ੍ਰਹਮ ਗਿਆਨੀ ਮਹਾਂਪੁਰਖ ਨੇ, ਉਹਦਾ ਦੇਣਾ ਤੇ ਦੇ ਹੀ ਨਹੀਂ ਸਕਦੇ ਕਿ ਇੰਨਾ ਵੱਡਾ ਇਤਿਹਾਸ ਸਾਨੂੰ ਉਹਨਾਂ ਨੇ ਲਿਖ ਕੇ ਦਿੱਤਾ, ਅਸੀਂ ਦੇਣਾ ਨਹੀਂ ਦੇ ਸਕਦੇ। ਜਦੋਂ ਅਸੀਂ ਇਤਿਹਾਸ ਨੂੰ ਸੁਣਦੇ ਹਾਂ ਤੇ ਸਾਡਾ ਪਿਆਰ, ਸਾਡੀ ਸ਼ਰਧਾ ਗੁਰੂ ਦੇ ਨਾਲ ਬਣਦੀ, ਤੇ ਜੇ ਸਾਡੇ ਕੋਲ ਇਤਿਹਾਸ ਹੀ ਨਹੀਂ ਹੈ ਤੇ ਸਾਡੀ ਸ਼ਰਧਾ ਕਿਵੇਂ ਬਣੇਗੀ? ਲੱਖ ਆਖੀ ਜਾਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਭਾਈ ਪੂਰੇ ਐ, ਭਾਵਨਾ ਪੂਰੀਆਂ ਕਰਦੇ ਐ, ਤੇ ਕਹਿਣ ਵਾਲਾ ਕਹੇਗਾ ਕਿਸੇ ਦੀ ਹੋਈ ਹੈ, ਉਹਨੂੰ ਫਿਰ ਇਤਿਹਾਸ ਦੱਸਣਾ ਹੀ ਪਵੇਗਾ ਨਾ ਭਰੋਸਾ ਬੰਨਣ ਵਾਸਤੇ। ਤੇ ਜਿਹਨੇ ਇਤਿਹਾਸ ਸੁਣਿਆ ਹੈ ਉਹ ਹੋਰ ਨੂੰ ਕਹੇਗਾ ਭਾਈ ਦੇਖ ਸਲੱਖਣੀ ਗਈ ਸੀ ਨਾ, ਉਹਦੇ ਕਰਮਾਂ ਦੇ ਵਿੱਚ ਨਹੀਂ ਸੀ, ਉਹ ਪੁੱਤਰ ਵਾਲੇ ਨੂੰ ਸਲੱਖਣੀ ਦੀ ਸਾਖੀ ਸੁਣਾਵੇਗਾ, ਦੁੱਧ ਪੁੱਤ ਵਾਲੇ ਨੂੰ ਉਹੋ ਦੀ ਸਾਖੀ ਸੁਣਾਵੇਗਾ, ਅਗਲੇ ਦਾ ਭਰੋਸਾ ਹੋ ਜਾਵੇ। ਤੇ ਜਿਹਦਾ ਭਰੋਸਾ ਹੈ ਉਹਦਾ ਬੇੜਾ ਪਾਰ ਹੈ। ਗੱਲ ਤੇ ਭਰੋਸੇ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੋਣਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਇਸ ਦਿਨ ਦੁੱਧ ਤੇ ਪੁੱਤਰਾਂ ਦੀ ਪ੍ਰਾਪਤੀ ਹੋਵੇਗੀ, ਪਰ ਜਿਹੜਾ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਸੇਵੇਗਾ ਉਹਨਾਂ ਦੀਆਂ ਭਾਵਨਾ ਪੂਰੀਆਂ ਹੋਇਆ ਕਰਨਗੀਆਂ। ਇਹ ਜਿਹੜਾ ਭਾਦਰੋਂ ਦਾ ਮਹੀਨਾ ਹੈ ਇਹਦਾ ਮਹਾਤਮ ਬੜਾ ਵੱਡਾ ਹੈ। ਜਿਹੜਾ ਵੀ ਇੱਥੇ ਆਣ ਕੇ ਭਾਵਨਾ ਦੇ ਨਾਲ ਇਸ਼ਨਾਨ ਕਰੇਗਾ ਉਹਨਾਂ ਦੇ ਪਾਪਾਂ ਦਾ ਵੀ ਨਾਸ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ, ਤੇ ਉਹਦੇ ਮਨ ਦੀਆਂ ਜਿਹੜੀਆਂ ਸ਼ੁਭ ਭਾਵਨਾਵਾਂ ਹੈ ਉਹ ਵੀ ਗੁਰੂ ਜੀ ਪੂਰੀਆਂ ਕਰਨਗੇ। ਤੇ ਸਤਿਗੁਰੂ ਜੀ ਕਹਿੰਦੇ ਅੱਜ ਦੇ ਦਿਨ ਪੂਰਨ ਮੇਲਾ ਲੱਗਿਆ ਕਰੇਗਾ। ਅੱਗੇ ਇਸ ਮੱਸਿਆ ਦੇ ਉੱਪਰ ਬਹੁਤ ਬੇਅੰਤ ਸੰਗਤਾਂ ਜਾਂਦੀਆਂ ਹੁੰਦੀਆਂ ਸੀ, ਤੇ ਉਦੋਂ ਲੋਕਾਂ ਦੇ ਵਾਈ ਜਿਹੜੀ ਬਲਦਾਂ ਦੇ ਨਾਲ ਹੁੰਦੀ ਸੀ। ਦੂਰ ਦੂਰ ਤੋਂ ਲੋਕਾਂ ਨੇ ਬਲਦ ਲੈ ਕੇ ਸਾਲ ਪਿੱਛੋਂ ਸ੍ਰੀ ਤਰਨਤਾਰਨ ਸਾਹਿਬ ਜਾਣਾ, ਅੰਮ੍ਰਿਤ ਸਰੋਵਰ ਦਾ ਜਲ ਲਿਆਉਣਾ ਤੇ ਬਾਹਰ ਬਲਦਾਂ ਨੂੰ ਵੀ ਇਸ਼ਨਾਨ ਕਰਾਉਣਾ। ਇੰਨੀ ਭਾਵਨਾ, ਇੰਨੀ ਸ਼ਰਧਾ ਹੁੰਦੀ ਸੀ ਹਰ ਇੱਕ ਦੇ ਵਿੱਚ। ਤੇ ਅੱਜ ਕਹਿੰਦੇ ਇੰਨਾ ਕੁਝ ਕਰਨ ਦੇ ਬਾਵਜੂਦ ਕਮਾਈ ਦੇ ਵਿੱਚ ਬਰਕਤ ਹੀ ਨਹੀਂ ਪੈਂਦੀ, ਭਾਵਨਾ ਨਹੀਂ ਰਹੀ ਭਾਈ ਗੁਰੂ ਜੀ ਦੇ ਉੱਪਰ। ਬਰਕਤ ਤੇ ਗੁਰੂ ਨੇ ਪਾਉਣੀ ਹੈ ਨਾ, ਬਖਸ਼ਿਸ਼ ਤੇ ਗੁਰੂ ਨੇ ਕਰਨੀ ਹੈ ਨਾ, ਉਹਦੇ ਅਸੀਂ ਇਤਿਹਾਸ ਮੰਨਣ ਦੇ ਵਾਸਤੇ ਤਿਆਰ ਨਹੀਂ। ਕਿਸੇ ਨੇ ਮਾੜੀ ਜੀ ਤੀਲੀ ਲਾ ਦਿੱਤੀ ਹੈ, ਲੈ ਇਸ਼ਨਾਨ ਕਰਨ ਦੇ ਮੱਸਿਆ ਦਾ ਕੀ ਮਹਾਤਮ ਹੈ, ਲੈ ਇਸ਼ਨਾਨ ਕਰਨ ਦਾ ਕੀ ਮਹਾਤਮ ਹੈ। ਗੁਰੂ ਜੀ ਤੇ ਕਹਿੰਦੇ ਬਾਣੀ ਪੜੋ, ਨਾਮ ਜਪੋ, ਇਹੀ ਸਾਡਾ ਨਾਮ ਹੈ, ਇਹੀ ਸਾਡਾ ਇਸ਼ਨਾਨ ਹੈ। ਪਰ ਕਿੰਨਾਂ ਦੇ ਵਾਸਤੇ ਹੈ? ਉਹ ਮਜਲ ਤੇ ਪਹੁੰਚਾਂਗੇ ਤੇ ਉਹ ਪ੍ਰਾਪਤ ਹੋਵੇਗਾ ਨਾ। ਸਾਡੇ ਤੋਂ ਕਿਤੋਂ ਉਹ ਮਹਾਤਮ ਮਿਲ ਜਾਵੇਗਾ। ਉਹਦੇ ਜਿੱਥੇ ਵੀ ਬੈਠੇ ਉਹਨਾਂ ਦੇ ਤੇ ਤੀਰਥ ਜਾ ਕੇ ਇਸ਼ਨਾਨ ਕਰਾਉਂਦੇ ਹੈ ਨਾ। ਸਾਡੇ ਕੋਲ ਤੀਰਥ ਤੇ ਨਹੀਂ ਆਉਂਦੇ, ਸਾਡੇ ਕੋਲ ਤੇ ਨਲਕੇ ਦਾ ਪਾਣੀ ਨਹੀਂ ਚੱਲ ਕੇ ਆਵੇਗਾ। ਜਿਹੋ ਜਿਹੀਆਂ ਸਾਡੀਆਂ ਭਾਵਨਾ ਹੁੰਦੀਆਂ ਜਾ ਰਹੀਆਂ, ਜਿੰਨਾ ਕੁ ਨਾਮ ਜਪਦੇ ਆ, ਉਹ ਹੈ ਅਲਖਤਾ ਉਹਨਾਂ ਗੁਰਮੁਖਾਂ ਦੀ ਜਿਨ੍ਹਾਂ ਦੇ ਪ੍ਰਤੱਖ ਇਤਿਹਾਸ ਵੀ ਆਉਂਦੇ ਕਿ ਸਿੱਖਾਂ ਨੇ ਕਿਹਾ ਸਤਿਗੁਰੂ ਜੀ ਇਹ ਇਸ਼ਨਾਨ ਨਹੀਂ ਕਰਨ ਜਾਂਦਾ। ਸਤਿਗੁਰੂ ਜੀ ਕਹਿੰਦੇ ਭਾਈ ਇਹਨੂੰ ਲੋੜ ਹੀ ਨਹੀਂ ਹੈ, ਇਹਦਾ ਇੱਥੇ ਆਣ ਕੇ ਗੰਗਾ ਇਸ਼ਨਾਨ ਕਰਾਉਂਦੀ। ਤੇ ਪ੍ਰਤੱਖ ਗੁਰੂ ਜੀ ਨੇ ਦਿਖਾਇਆ, ਪ੍ਰਤੱਖ ਗੰਗਾ ਆਣ ਕੇ ਇਸ਼ਨਾਨ ਕਰਾਉਂਦੀ ਐਸੇ ਰੱਬ ਦੇ ਪਿਆਰਿਆਂ। ਕਿਉਂਕਿ ਅਸੀਂ ਕੁਝ ਲੈਣਾ ਤੀਰਥ ਦੇ ਕੋਲੋਂ, ਸਾਡੇ ਕੋਲ ਕੁਝ ਨਹੀਂ ਗਾ। ਆ ਜਿਹੜੇ ਰੁਪਈਏ ਭੇਟਾ ਕਰਨੇ ਕੁਝ ਕਿਤੇ ਕੁਛ ਹੈ ਨਾ, ਇਹਦੇ ਨਾਲ ਤੀਰਥ ਨੂੰ ਅਸੀਂ ਕੀ ਦੇ ਸਕਦੇ ਹਾਂ? ਤੀਰਥ ਲੈਂਦਾ ਹੈ ਸਾਡੀ ਭਾਵਨਾ, ਸਾਡਾ ਨਾਮ ਜਪਿਆ ਹੋਇਆ। ਜਦੋਂ ਨਾਮ ਜਪ ਕੇ ਉੱਥੇ ਪਹੁੰਚ ਜਾਵਾਂਗੇ ਫਿਰ ਸਾਨੂੰ ਇਸ਼ਨਾਨ ਦੀ ਲੋੜ ਨਹੀਂ। ਅਸੀਂ ਇਹ ਸੰਸਾਰੀ ਲੋਕ, ਸਾਨੂੰ ਹਰ ਚੀਜ਼ ਦੀ ਵਸਤੂ ਦੀ ਲੋੜ ਹੈ, ਕਿਉਂਕਿ ਤੁਸ ਵਸਤੂਆਂ ਨਾਲ ਜੁੜੇ ਹੋਣ ਦੇ ਕਾਰਨ ਇਹ ਵਸਤੂਆਂ ਦੀ ਲੋੜ ਹੈ। ਉਹ ਮਜਲ ਹੈ ਬੜੀ ਉੱਚੀ, ਜਿਹੜੀ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਕਹਿੰਦੇ ਨਾ ਕਿ ਨਾਮ ਜਪੇ ਤੇ ਉਹ ਪਾਵਨ ਪਵਿੱਤਰ ਹੀ ਹੈ। ਭਾਈ ਉਸ ਮਜਲ ਤੇ ਪਹੁੰਚਣਾ ਸੌਖਾ ਨਹੀਂ ਹੈ। ਸਵੇਰ ਤੋਂ ਲੈ ਕੇ ਉਹ ਆਪ ਦੀ ਲੜੀ ਜੜੀ ਟੁੱਟਣ ਹੀ ਨਹੀਂ ਦਿੰਦੇ। ਉਹਨਾਂ ਵਾਸਤੇ ਤੇ ਤੀਰਥ ਲੋਚਦੇ ਆ ਤੇ ਅਸੀਂ ਤੀਰਥਾਂ ਨੂੰ ਲੋਚਦੇ। ਕਿੰਨਾ ਵੱਡਾ ਅੰਤਰ ਹੈ ਨਾ। ਉਹ ਨਾਮ ਜਪਦੇ ਆ, ਤੀਰਥ ਉਹਨਾਂ ਦੇ ਦੀਦਾਰ ਕਰਨ ਨੂੰ ਤਰਸਦੇ ਆ ਤੇ ਅਸੀਂ ਤੀਰਥਾਂ ਦੇ ਇਸ਼ਨਾਨ ਕਰਨ ਨੂੰ ਤਰਸਦੇ।
ਹੈ ਤੇ ਨਾਮ ਦਾ ਮਹਾਤਮ ਹੈ ਨਾ, ਉਹਨਾਂ ਨੇ ਨਾਮ ਜਪਿਆ, ਤੀਰਥਾਂ ਨੇ ਉਹਨਾਂ ਦਾ ਇਸ਼ਨਾਨ ਕੀਤਾ। ਹੁਣ ਰੱਬ ਨੂੰ ਤੇ ਕਿਸੇ ਨਹੀਂ ਨਾ ਦੇਖਿਆ, ਰੱਬ ਨੇ ਕਿਸੇ ਰੂਪ ਦੇ ਵਿੱਚ ਆਣ ਕੇ ਧੰਨੇ ਦੇ ਕਿਆਰੇ ਮੋੜੇ, ਕਿਉਂਕਿ ਉਹਦਾ ਹਿਰਦਾ ਸੁੱਧ, ਨਾਮ ਹਿਰਦੇ ਦੇ ਵਿੱਚ ਵਸ ਗਿਆ। ਤੇ ਧੰਨੇ ਨੂੰ ਕੀ ਲੋੜ ਭਾਈ ਤੀਰਥ ਤੇ ਜਾਣ ਦੀ? ਤੀਰਥ ਰਚਣ ਵਾਲਾ ਉਹਦੇ ਪਾਸ ਬੈਠਾ, ਉਹਦਾ ਪਾਣੀ ਲਾਉਣ ਦੇ ਜਿੱਥੇ ਕਦਮ ਧਰਦਾ ਹੈ ਉੱਥੇ ਤੀਰਥ ਦੀ ਸਥਾਪਨਾ ਹੋ ਜਾਂਦੀ ਹੈ। ਕਿਉਂਕਿ ਸਤਿਗੁਰੂ ਜੀ ਜਿੱਥੇ ਜਿੱਥੇ ਚਰਨ ਪਏ ਉਹ ਧਰਤੀ ਪੂਜਿਆ ਯੋਗ ਹੋ ਗਈ, ਤੇ ਜਿੱਥੇ ਪਰਮੇਸ਼ਰ ਦੇ ਚਰਨ ਪੈ ਗਏ ਉਹ ਧਰਤੀ ਵੀ ਪੂਜਿਆ ਯੋਗ ਹੋ ਗਈ, ਉਹ ਤੇ ਤੀਰਥ ਨਾਲੋਂ ਵੱਡੀ ਮਹਾਤਮ ਵਾਲੀ ਹੋ ਗਈ। ਇਸ ਕਰਕੇ ਉਹ ਮਜਲ ਬੜੀ ਉੱਚੀ ਹੈ ਜਿੱਥੋਂ ਦੀਆਂ ਇਹ ਗੱਲਾਂ ਕਰਦੇ ਹਨ ਕਿ ਨਾਮ ਹੀ ਸਾਰਾ ਕੁਝ ਹੈ, ਨਾਮ ਹੀ ਸਾਰਾ ਕੁਝ ਹੈ। ਸੇਵਾ ਸਿਮਰਨ ਦਾਨ ਪੁੰਨ ਹੈ, ਸਭ ਤੋਂ ਸ਼੍ਰੋਮਣੀ ਹੈ ਨਾਮ। ਜਿਹੜਾ ਉਸ ਮਜਲ ਤੇ ਪਹੁੰਚ ਜਾਂਦਾ ਹੈ ਉਹਨੂੰ ਆਪੇ ਸੋਝੀ ਆ ਜਾਂਦੀ, ਸਾਰਾ ਕੁਝ ਉਹਦੇ ਮਗਰ ਤੋਇਆ ਫਿਰਦਾ ਹੈ, ਉਹ ਫਿਰ ਨਿਰਲੇਪ ਹੋ ਜਾਂਦਾ ਹੈ। ਉਹਨੂੰ ਵਡਿਆਈ ਦੀ ਲੋੜ ਨਹੀਂ ਰਹਿੰਦੀ। ਸਾਨੂੰ ਵਡਿਆਈ ਦੀ ਵੀ ਲੋੜ ਹੈ, ਮਾਇਆ ਦੀ ਵੀ ਲੋੜ ਹੈ, ਦੁੱਧ ਪੁੱਤ ਦੀ ਵੀ ਲੋੜ ਹੈ। ਹਰ ਇੱਕ ਲੋੜਾਂ ਦੇ ਨਾਲ ਵੀ ਜੁੜੇ, ਅਜੇ ਉਸ ਨਾਮ ਦੇ ਨਾਲ ਜੁੜੇ ਨਹੀਂ, ਲੋੜਾਂ ਦੇ ਨਾਲ ਜੁੜੇ। ਉਹ ਸਤਿਗੁਰੂ ਜੀ ਸਾਨੂੰ ਗਿਆਨ ਬਖਸ਼ਦੇ। ਸਤਿਗੁਰੂ ਜੀ ਕਹਿੰਦੇ ਭਾਈ ਇਹਦਾ ਵੱਡਾ ਮਹਾਤਮ ਹੈ। ਜਿੱਥੇ ਜੀਵ ਨੇ ਪਾਵਨ ਪਵਿੱਤਰ ਹੋਣਾ ਹੈ ਉੱਥੇ ਜਿਹੜੀਆਂ ਇਹ ਤੋਂ ਛੁਪਾਵਨਾ ਹੈ ਇਹ ਵੀ ਸਤਿਗੁਰੂ ਜੀ ਪੂਰੀਆਂ ਕਰ ਦਿੰਦੇ ਹਨ। ਜਿਹੜੇ ਵੀ ਇੱਥੇ ਆਣ ਕੇ ਇਕੱਤਰ ਹੋ ਕੇ ਇਸ਼ਨਾਨ ਕਰਨਗੇ, ਬਾਣੀ ਪੜ੍ਹਨਗੇ, ਸੁਣਨਗੇ, ਉਹਨਾਂ ਨੂੰ ਆਦ ਤੇ ਵਿਆਦ ਨਹੀਂ ਵਿਆਪਣਾ ਕਰੇਗੀ। ਆਦ ਵਿਆਦ ਸਰੀਰ ਦਾ ਦੁੱਖ, ਕੋਈ ਹੋਰ ਆਣ ਕੇ ਬਿਮਾਰੀ ਨੇ ਗ੍ਰਸ ਲੈਣਾ, ਜਿਵੇਂ ਕਈ ਹਵਾ ਦੇ ਰੋਗ, ਕਈ ਤਰ੍ਹਾਂ ਦੇ ਲੜਾਈ ਫਸਾਦ ਆਦਿ ਪੈ ਜਾਣਾ, ਸਤਿਗੁਰੂ ਜੀ ਕਹਿੰਦੇ ਉਹ ਨਹੀਂ ਲੱਗਣਗੇ। ਤੇ ਜਿਹੜਾ ਸ੍ਰੀ ਜਪਜੀ ਸਾਹਿਬ ਦਾ ਭਾਵਨਾ ਦੇ ਨਾਲ ਇਸ਼ਨਾਨ ਕਰਕੇ ਪਾਠ ਕਰਨਾ ਕਰੇਗਾ, ਕਹਿੰਦੇ ਸਭ ਨੇ ਜਦੋਂ ਮਹਾਤਮ ਸੁਣਿਆ ਤੇ ਬੜੇ ਸਿੱਖ ਪ੍ਰਸੰਨ ਹੋਏ। ਕਿਉਂਕਿ ਜਪਜੀ ਸਾਹਿਬ ਬਹੁਤ ਵੱਡਾ ਮਹਾਤਮ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਰਸਾਇਆ। ਤੇ ਜਿੱਥੇ ਗੁਰੂ ਸਾਹਿਬ ਜੀ ਦਾ ਵਚਨ ਹੋ ਗਿਆ, ਜੇ ਉੱਥੇ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਪੜਾਂਗੇ ਨਾ ਤੇ ਭਾਵਨਾ ਹੋਰ ਵੀ ਬਣ ਜਾਣੀ, ਹੋਰ ਵੀ ਗੁਰੂ ਦੇ ਨਾਲ ਪਿਆਰ ਹੋ ਜਾਣਾ। ਕਿਉਂਕਿ ਕਵੀ ਜੀ ਨੇ ਘਾਲਣਾ ਬੜੀ ਵੱਡੀ ਘਾਲੀ ਹੈ। ਆਪ ਉੱਥੇ ਜਾ ਜਾ ਕੇ ਪ੍ਰਾਤਨ ਸਿੱਖਾਂ ਤੋਂ, ਪੁਰਾਣੇ ਬਜ਼ੁਰਗਾਂ ਤੋਂ ਸੁਣ ਕੇ, ਤੇ ਜੇ ਕੋਈ ਕਹਿੰਦਾ ਨਾ ਕਿ ਆ ਹੋਇਆ ਜੇ ਹੋਇਆ ਜੀ ਇਤਿਹਾਸ ਨੂੰ ਜਿਹੜੇ ਨਿੰਦਦੇ, ਤੇ ਕਵੀ ਨੇ ਇਹ ਵੀ ਕਿਹਾ, ਕਹਿੰਦਾ ਜਿਹੜੀ ਮੇਰੀ ਗੱਲ ਤੁਹਾਡੇ ਮੰਨਣ ਯੋਗ ਨਹੀਂ ਨਾ ਉਹਨੂੰ ਕੱਟ ਦਿਓ, ਉਹਨੂੰ ਵਿੱਚੋਂ ਕੱਢ ਦਿਓ, ਪਰ ਕੱਟਿਓ ਜਿਹੜਾ ਉਹ ਲਿਖ ਸਕਦਾ। ਹੁਣ ਲਿਖੇਗਾ ਕੌਣ ਉਹ ਜੋ ਕਵੀ ਜੀ ਨੇ ਲਿਖਿਆ ਹੈ, ਉਹ ਲਿਖੇਗਾ ਕੌਣ? ਕੱਢਣ ਨੂੰ ਤੇ ਜਿਹਨੂੰ ਮਰਜ਼ੀ ਆ ਜਿਉਂ ਕਹੂਗਾ ਆ ਵੀ ਪ੍ਰਸੰਗ ਕੱਢ ਦਿਓ, ਆ ਵੀ ਕੱਢ ਦਿਓ, ਇਹਦੇ ਚ ਮੱਸਿਆ ਦਾ ਮਹਾਤਮ ਦੱਸਿਆ ਹੈ, ਇਹਦੇ ਚਾਹ ਕੁਝ ਦੱਸਿਆ ਹੈ। ਕੱਢਣ ਨੂੰ ਤੇ ਕੈਂਚੀ ਲੈ ਕੇ ਜਿਹੜੇ ਮਰਜ਼ੀ ਕੱਢ ਦੇਵੇ, ਪਰ ਲਿਖੇਗਾ ਕੌਣ? ਉਹ ਬ੍ਰਹਮ ਗਿਆਨ ਕਿੱਥੇ ਆਵੇਗਾ? ਜਿਹਦੀ ਸੁਰਤੀ ਦੇ ਵਿੱਚ ਗੁਰੂ ਜੀ ਜਾਂਦੇ ਹੈ, ਉੱਥੇ ਡੇਰਾ ਲਾਉਂਦੇ ਆ, ਲੰਗਰ ਤਿਆਰ ਹੁੰਦਾ, ਸੰਗਤ ਆਉਂਦੀ ਹੈ, ਕੀ ਗੁਰੂ ਸਾਹਿਬ ਜੀ ਦੇ ਪਾਸ ਆਉਂਦਾ ਹੈ, ਉਹ ਸੁਰਤੀ ਦੇ ਵਿੱਚ ਆਈ ਜਾਂਦਾ ਤੇ ਉਹ ਲਿਖੀ ਜਾਂਦੀ। ਹੁਣ ਏਡੀ ਸੁਰਤੀ ਨਿਰਮਲ ਕਿਹਦੀ ਹੋਵੇ? ਕਿਹਦੀ ਸੁਰਤੀ ਦੇ ਵਿੱਚ ਉਹ ਸਾਰਾ ਵਾਰਤਾਲਾਪ ਆਵੇ? ਉੱਤੇ ਉਹ ਜਿਹਾ ਕੋਈ ਬ੍ਰਹਮ ਗਿਆਨੀ ਗੁਰਸਿੱਖ ਹੋਵੇਗਾ ਤੇ ਆਵੇਗਾ ਨਾ। ਨਿੰਦਰ ਵਾਲੇ ਤੇ ਅਸੀਂ ਬੇਅੰਤ ਰਹੋ ਵਿਚਾਰ। ਕਵੀ ਜੀ ਕਹਿੰਦੇ ਇਹ ਗੁਰੂ ਜੀ ਨੇ ਮਹਾਤਮ ਦੱਸਿਆ ਕਿ ਜਿੱਥੇ ਇਸ਼ਨਾਨ ਕਰਨਾ ਹੈ ਉੱਥੇ ਸ੍ਰੀ ਜਪਜੀ ਸਾਹਿਬ ਜੀ ਦਾ ਭਾਵਨਾ ਦੇ ਨਾਲ ਜਿਹੜੇ ਪਾਠ ਕਰਨਗੇ ਉਹਨਾਂ ਦੀਆਂ ਹੋਰ ਵੀ ਭਾਵਨਾਵਾਂ ਪੂਰੀਆਂ ਹੋਣਗੀਆਂ। ਕਿਉਂਕਿ ਤੀਰਥ ਦਾ ਵੱਡਾ ਬੜਾ ਮਹਾਤਮ ਗੁਰੂ ਜੀ ਨੇ ਆਪ ਦਰਸਾਇਆ। 3 ਦਿਨ ਸਤਿਗੁਰਾਂ ਦੇ ਪਾਸ ਸੰਗਤ ਸ੍ਰੀ ਤਰਨਤਾਰਨ ਰਹੀ। ਸਤਿਗੁਰੂ ਜੀ ਤੋਂ ਆਗਿਆ ਲੈ ਕੇ ਭੇਟਾ ਅਰਪਣ ਕਰਕੇ ਆਪਣੇ ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਸਤਿਗੁਰੂ ਜੀ ਨੇ 3 ਦਿਨ ਉੱਥੇ ਹੀ ਡੇਰਾ ਰੱਖਣਾ ਕੀਤਾ।
ਗੁਰਦਾਸ ਭਨੇ ਅਬਿਰਾਮ ਭਾਈ ਗੁਰਦਾਸ ਜੀ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ। ਦਵਾਦਸ਼ ਕੋਸਨ 14 ਨਾਮ ਸਤਿਗੁਰੂ ਜੀ ਇੱਥੋਂ ਕੁਝ ਕੁ ਕੋਹਾਂ ਤੇ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ। ਇੱਕ ਤੇ ਸਰਹਾਲੀ ਸਾਹਿਬ ਤੇ ਇੱਕ ਚੋਲਾ ਸਾਹਿਬ ਸਤਿਗੁਰਾਂ ਦਾ ਅਸਥਾਨ ਹੈ। ਸ੍ਰੀ ਅਰਜਨ ਥਲ ਹੈ ਸਿਸਰਾ ਸਤਿਗੁਰੂ ਜੀ ਉੱਥੇ ਵੀ ਗਰੀਬ ਨਵਾਜ ਜੀ ਨੇ ਚਰਨ ਪਾਏ ਤੇ ਹੁਣ ਆਪਾਂ ਤਿਆਰੀ ਦੇ ਵਿੱਚ ਆਏ ਹਾਂ। ਵਾਪਸ ਵੀ ਅੰਮ੍ਰਿਤਸਰ ਜਾਣਾ ਹੈ ਤੇ ਇਹ ਵੀ ਦਰਸ਼ਨ ਦੀਦਾਰ ਕਰ ਲਈਏ। ਭਾਈ ਗੁਰਦਾਸ ਜੀ ਨੇ ਇਹ ਬੇਨਤੀ ਕੀਤੀ। ਚਲੋ ਤਹਾਂ ਦਰਸ਼ਨ ਕਰ ਲਈਏ। ਤੇ ਜਦੋਂ ਸਤਿਗੁਰੂ ਜੀ ਆਪ ਜੀ ਦਾ ਹੁਕਮ ਹੋਵੇ ਪਰਿਵਾਰ ਦੇ ਸਮੇਤ ਦਰਸ਼ਨ ਕਰਾਈਏ। ਨਰ ਨਾਰਨ ਕਿਰਦਾਰ ਜਤੀਏ। ਜਿੰਨੇ ਵੀ ਤੁਹਾਡੇ ਪਰਿਵਾਰ ਨਾਲ ਸੰਗਤਾਂ ਹੈ ਉਹ ਵੀ ਆਪ ਜੀ ਦੇ ਨਾਲ ਦਰਸ਼ਨ ਕਰ ਲੈਣਗੀਆਂ। ਸੁਨਮਾਨੀ ਸ੍ਰੀ ਹਰਿਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਭਾਈ ਗੁਰਦਾਸ ਜੀ ਦੇ ਬਚਨ ਸੁਣ ਕੇ ਕਹਿੰਦੇ, ਭਾਈ ਗੁਰਦਾਸ ਜੀ ਤੁਸੀਂ ਪਰਉਪਕਾਰੀ ਹੋ। ਦੇਖਿਆ ਕਿ ਆਪਾਂ ਤੀਰਥ ਦੇ ਦਰਸ਼ਨਾਂ ਨੂੰ ਜੜੇ ਆ, ਤਿਆਰੀ ਤੇ ਆ ਤੇ ਹੋਰ ਵੀ ਤੀਰਥਾਂ ਦੇ ਦਰਸ਼ਨ ਹੋ ਜਾਣਗੇ। ਸਤਿਗੁਰੂ ਜੀ ਕਹਿੰਦੇ ਭਾਈ ਜੀ ਤਿਆਰੀ ਕਰਵਾਉਣਾ ਕਰੋ। ਸੜੇ ਰਾਤ ਸਗ ਸੈਨਾ ਜਨ ਸਵੇਰੇ ਹੁੰਦਿਆਂ ਹੀ ਆਪਾਂ ਇੱਥੋਂ ਚੱਲ ਪੈਣਾ ਹੈ। ਸਗਲ ਗੋਟਾਮ ਲੀਏ ਨਿਜ ਸਾਥ ਅੰਮ੍ਰਿਤ ਵੇਲੇ ਸਾਰਿਆਂ ਤਿਆਰੀ ਕਰ ਲਈ, ਪਰਿਵਾਰ ਨੂੰ ਵੀ ਨਾਲ ਲੈ ਲਿਆ। ਜਾਏ ਪਹੁੰਚੇ ਦੀਨਾ ਨਾਥ ਦੀਨਾ ਦੇ ਨਾਥ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹੁੰਚ ਗਏ। ਸ੍ਰੀ ਅਰਜਨ ਥਲ ਕੇ ਭਿਗ ਡੇਰਾ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਸਥਾਨ ਸੀ ਉੱਥੇ ਡੇਰਾ ਕਰਨਾ ਕੀਤਾ। ਅੱਜ ਬੈਠੇ ਇਹ ਦਰਸ਼ਨ ਮੇਰਾ ਗੁਰੂ ਸਾਹਿਬ ਜੀ ਦੇ ਅਸਥਾਨ ਦੇ ਭਾਈ ਜੀ ਨੇ ਤੇ ਸਤਿਗੁਰਾਂ ਨੇ ਪਰਿਵਾਰ ਨੇ ਦਰਸ਼ਨ ਕੀਤੇ। ਵੀਰ ਵੀਰ ਜੇ ਗ੍ਰਾਮ ਬਸਦੇ ਜਿੰਨੇ ਵੀ ਨੇੜੇ ਨੇੜੇ ਨਗਰ ਵਸਦੇ ਸੀ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੋਏ ਹੈ, ਉਹਨਾਂ ਨੇ ਵੀ ਆਪਣੀ ਭਾਵਨਾ ਦੇ ਅਨੁਸਾਰ ਦਰਸ਼ਨ ਕਰਨ ਵਾਸਤੇ ਤਿਆਰੀ ਕਰ ਲਈ। ਗੋੜਿਆ ਗਗਨ ਜਾਨ ਪਹੁੰਚਦੇ ਕਵੀ ਜੀ ਕਹਿੰਦੇ ਮਸੰਦਾਂ ਦੇ ਕਹਿਣ ਤੇ ਇਹ ਸਾਰੀ ਸੰਗਤ ਨੂੰ ਦੱਸਿਆ ਗਿਆ ਤੇ ਸੰਗਤ ਆਪਣੇ ਆਪਣੇ ਨਗਰਾਂ ਤੋਂ ਚੱਲ ਪਈ। ਲੈ ਦੁਗਧ ਨਦੀ ਸਸਦਾਏ ਕੋਈ ਦੁੱਧ ਦਾ ਮੱਗਾ ਚੁੱਕੀ ਆਉਂਦਾ ਹੈ ਤੇ ਕੋਈ ਦਹੀਂ ਲਈ ਆਉਂਦਾ ਹੈ, ਕੋਈ ਘਿਓ ਕਿਸੇ ਪ੍ਰਕਾਰ ਦੀਆਂ ਹਰ ਪ੍ਰਕਾਰ ਦੀਆਂ ਭਾਵਨਾ ਦੇ ਨਾਲ ਭੇਟਾ ਲਈ ਆਉਂਦੇ। ਚੌਹਾਂ ਦੇਸ਼ ਸੇ ਚੌਬਦ ਚਲੇ ਆਏ ਕਵੀ ਜੀ ਕਹਿੰਦੇ ਚਾਰ ਸਫੇਰਿਓ ਸੰਗਤਾਂ ਨਗਰਾਂ ਦੇ ਵਿੱਚੋਂ ਚੱਲ ਚੱਲ ਕੇ ਆਉਣ ਲੱਗੀਆਂ। ਸ੍ਰੀ ਹਰਿਗੋਬਿੰਦ ਪਿਤਾ ਸਸਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸਥਾਨ ਦੇ ਦਰਸ਼ਨ ਕੀਤੇ। ਤੀਨ ਬਰਦਸ਼ਨ ਬੰਦਨ ਠਾਨ ਤਿੰਨ ਪਰਿਕਰਮਾ ਸਤਿਗੁਰੂ ਜੀ ਨੇ ਸੰਗਤਾਂ ਦੇ ਸਮੇਤ ਕੀਤੀਆਂ। ਬੈਠ ਗਏ ਇਹ ਸਭਾ ਲਗਾਈ ਸਤਿਗੁਰੂ ਜੀ ਫਿਰ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਸਜ ਗਏ। ਸਿੱਖ ਸੰਗਤ ਪਹੁੰਚੀ ਸਭ ਆਈ ਬੇਅੰਤ ਹੀ ਸਿੱਖ ਸੰਗਤ ਚੱਲ ਕੇ ਸਤਿਗੁਰਾਂ ਦੇ ਪਾਸ ਆ ਗਈ। ਕਰ ਜੋਰਦ ਕਰ ਨਮੋ ਕਰਦੇ ਹੱਥ ਜੋੜ ਜੋੜ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਦੇ। ਰਸਦ ਆਟਕੋ ਗਾਣੇ ਰਮਤੇ ਕਵੀ ਜੀ ਕਹਿੰਦੇ ਜਿਹੜੇ ਮੁਖੀ ਸੀ ਉਹਨਾਂ ਨੇ ਗੁਰੂ ਜੀ ਦੇ ਘੋੜਿਆਂ ਦੇ ਵਾਸਤੇ ਦਾਣਾ ਪੱਟੇ ਆਦਿਕ ਲੰਗਰ ਦੇ ਵਾਸਤੇ ਰਾਹਤਾਂ ਵੀ ਲਿਆਣ ਕੇ ਭੇਟ ਕੀਤੀਆਂ। ਜਥਾ ਸ਼ਕਤ ਫਿਰਦ ਪੈਰਾ ਲਿਆਏ ਕਵੀ ਜੀ ਕਹਿੰਦੇ ਘਿਓ ਚਾਹੀਦਾ ਸੀ, ਦੁੱਧ ਹੋਰ ਜਿੰਨੀਆਂ ਲੰਗਰ ਦੇ ਵਿੱਚ ਵਸਤੂਆਂ ਚਾਹੀਦੀਆਂ ਉਹ ਪਤਵੰਤੇ ਸੱਜਣਾ ਨੇ ਲਿਆਣ ਕੇ ਭੇਟ ਕੀਤੀਆਂ। ਚਾਹੇ ਦਸ਼ਰੇ ਕੋ ਆਨ ਚੜਾਏ ਕਵੀ ਜੀ ਕਹਿੰਦੇ ਗੁਰੂ ਸਾਹਿਬ ਜੀ ਦੇ ਲੰਗਰ ਪੱਕਣੇ ਪ੍ਰਾਰੰਭ ਹੋ ਗਏ। ਸ਼ਬਦ ਕੀਰਤਨ ਸੁੰਦਰ ਲੋਕ ਉਧਰ ਸਤਿਗੁਰਾਂ ਦੀ ਹਾਜ਼ਰੀ ਦੇ ਵਿੱਚ ਦੀਵਾਨ ਸਜ ਗਿਆ ਹੈ, ਜਿਸ ਵਾਸੀ ਗਿਆਨ ਅਦੋਤ ਜਿਸ ਦੇ ਨਾਲ ਹਿਰਦਿਆਂ ਦੇ ਵਿੱਚ ਗਿਆਨ ਦਾ ਵਾਸਾ ਹੁੰਦਾ ਹੈ। ਉਹ ਸਤਿਗੁਰੂ ਜੀ ਦੀਵਾਨ ਲਾ ਕੇ ਸਜ ਗਏ। ਮੇਰ ਸਕਿਲਨ ਅਤਿਸ਼ੈ ਹੋਵਾ ਕਵੀ ਜੀ ਕਹਿੰਦੇ ਬਹੁਤ ਵੱਡਾ ਸੰਗਤਾਂ ਦਾ ਭਾਰੀ ਇਕੱਠ ਹੋ ਗਿਆ। ਰਹਿ ਭਾਉ ਗੁਰ ਦਰਸ਼ਨ ਜੋਗਾ ਬੜੀ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦੇ ਸੰਗਤਾਂ ਦਰਸ਼ਨ ਕਰਦੀਆਂ। ਇਕ ਕਾਲ ਬੈਠੇ ਗੁਣ ਖਾਨੀ ਕਾਫੀ ਸਮਾਂ ਸਤਿਗੁਰੂ ਜੀ ਸੰਗਤਾਂ ਦੇ ਵਿੱਚ ਸਜੇ ਰਹੇ। ਭਾਗਾ ਵੇਖ ਸਸਾਨ ਕਹਿ ਬਾਣੀ
ਬਾਬਾ ਭਾਨਾ ਜੀ ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰਨ ਲੱਗੇ, ਇਸ ਕਾਰਨ ਕਾਰਨ ਗੁਰੇ ਇਤਰ ਆਏ। ਸਤਿਗੁਰੂ ਜੀ ਕਾਹਦੇ ਵਾਸਤੇ ਗੁਰੂ ਅਰਜਨ ਦੇਵ ਜੀ ਇੱਥੇ ਆਏ ਸੀ, ਕੀ ਕਾਰਨ ਸੀ, ਕੀ ਕੌਤਕ ਕੀਤਾ, ਇਹ ਵੀ ਆਪ ਜੀ ਇਤਿਹਾਸ ਦੱਸਣਾ ਕਰੋ। ਉਹ ਕਾਰਜ ਕੀਨ ਸਮਨ ਪਾਏ। ਸਤਿਗੁਰੂ ਜੀ ਕਿਹੜਾ ਮਨ ਭਾਉਂਦਾ ਕਾਰਜ, ਜਿਹਦੇ ਕਾਰਨ ਗੁਰੂ ਜੀ ਇੱਥੇ ਚੱਲ ਕੇ ਆਏ। ਸੁਣ ਸਤਿਗੁਰ ਦੇਖਿਓ ਗੁਰਦਾਸ। ਇਹ ਸੁਣ ਕੇ ਤੇ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਇਸ਼ਾਰਾ ਕਰਨਾ ਕੀਤਾ। ਅਹਿਓ ਦੋਹਿ ਮਿਤ ਕਿਰਪਾਸ। ਸਤਿਗੁਰੂ ਜੀ ਕਹਿੰਦੇ ਭਾਈ ਭਾਨਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਸੀ ਉਦੋਂ ਭਾਈ ਗੁਰਦਾਸ ਜੀ, ਤੇ ਨਾਲ ਸਨ ਬਾਬਾ ਬਿਧੀ ਚੰਦ ਜੀ। ਇਹਨਾਂ ਨੂੰ ਇਤਿਹਾਸ ਦਾ ਪਤਾ ਹੈ, ਜਾਂ ਭਾਈ ਬਿਧੀ ਚੰਦ ਜੀ ਦੱਸਣਗੇ ਤੇ ਜਾਂ ਭਾਈ ਗੁਰਦਾਸ ਜੀ ਦੱਸਣਗੇ। ਗਾਥਾ ਦਾ ਗੁਰੂ ਅਜਨੀ ਜਾਣੈ। ਜਿੰਨੀ ਸਾਡੇ ਪਿਤਾ ਜੀ ਨੇ ਇੱਧਰ ਯਾਤਰਾ ਕੀਤੀ ਹੈ, ਇਹਨਾਂ ਗੁਰਸਿੱਖਾਂ ਨੂੰ ਸਾਰਾ ਪਤਾ ਹੈ। ਜਿਉ ਆਏ ਅਜ ਗਏ ਬਖਾਨੇ। ਜਿਵੇਂ ਸਤਿਗੁਰੂ ਜੀ ਆਏ, ਜੋ ਕੌਤਕ ਹੋਏ ਉਹ ਇਹਨਾਂ ਸਿੱਖਾਂ ਨੇ ਅੱਖੀ ਦੇਖਣਾ ਕੀਤਾ ਹੈ। ਆਏ ਹੁਕਮ ਗੁਰ ਕੋ ਤਬ ਭਾਈ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਗੁਰਦਾਸ ਜੀ ਦੱਸਣ ਲੱਗੇ। ਸਦਨ ਵਿਖੇ ਸ਼ੁਭ ਕਥਾ ਸੁਣਾਈ। ਸਾਰਿਆਂ ਨੂੰ ਉੱਥੋਂ ਦੀ ਕਥਾ ਸੁਣਾਉਣਾ ਕੀਤੀ। ਸੁਣ ਭਾਨਾ ਸਾਹਿਬ ਆਪ ਸੰਗਤ। ਭਾਈ ਭਾਨਾ ਜੀ ਨੂੰ ਭਾਈ ਗੁਰਦਾਸ ਜੀ ਕਹਿੰਦੇ, ਸੰਗਤ ਜੀ ਭਾਈ ਭਾਨਾ ਜੀ ਉਹ ਮੈਂ ਤੁਹਾਨੂੰ ਪ੍ਰਸੰਗ ਦੱਸਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਉਂ ਇੱਥੇ ਆਏ। ਜਿਨ ਦੇਖਿਓ ਤਿਮ ਪਨੋ ਪ੍ਰਸੰਗ। ਜਿਵੇਂ ਮੈਂ ਸਤਿਗੁਰੂ ਜੀ ਦੇ ਨਾਲ ਵਿਚਰ ਕੇ ਦਰਸ਼ਨ ਕੀਤੇ, ਗੁਰੂ ਸਾਹਿਬ ਜੀ ਦੇ ਬਚਨ ਸੁਣਨਾ ਕੀਤੇ, ਉਹ ਮੈਂ ਆਪ ਜੀ ਨੂੰ ਦਰਸਾਉਂਦਾ ਹਾਂ। ਜਬ ਵੇਖੀਏ ਬਹੁ ਬਾਰ ਉਠਾਇਓ। ਜਦੋਂ ਸਤਿਗੁਰੂ ਜੀ ਦੇ ਭਰਾਤਾ ਬਾਬਾ ਪਿਰਥੀ ਚੰਦ ਜੀ ਨੇ ਗੁਰੂ ਸਾਹਿਬ ਜੀ ਦੇ ਨਾਲ ਬੜਾ ਝਗੜਾ ਕਰਨਾ ਕੀਤਾ। ਗਾਲ ਰਾਜ ਧਨ ਤੇਜ ਰਵਾਇਓ। ਇਤੋਂ ਤੀਕਰ ਕਿ ਗਾਲੀਆਂ ਵੀ ਕੱਢਣਾ ਕੀਤਾ, ਲੜਨਾ ਵੀ ਕੀਤਾ, ਤੇ ਗੁਰੂ ਸਾਹਿਬ ਜੀ ਨੇ ਇਹ ਪ੍ਰਵਾਨ ਨਾ ਕੀਤਾ। ਪਿਰਥੀ ਚੰਦ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਵੀ ਬੜਾ ਝਗੜਾ ਕੀਤਾ, ਤੇ ਗੁਰੂ ਰਾਮਦਾਸ ਮਹਾਰਾਜ ਜੀ ਸਿੱਖਾਂ ਨੂੰ ਕਹਿੰਦੇ ਭਾਈ ਸ਼ਾਂਤੀ ਦੇ ਨਾਲ ਰਹਿਣਾ ਹੈ, ਤੇ ਹੁਣ ਆਪਾਂ ਇੱਥੇ ਨਹੀਂ ਰਹਿਣਾ, ਹੁਣ ਆਪਾਂ ਸ੍ਰੀ ਗੋਇੰਦਵਾਲ ਚਲੇ ਜਾਣਾ। ਤੇ ਗੁਰੂ ਰਾਮਦਾਸ ਮਹਾਰਾਜ ਜੀ ਫਿਰ ਗੋਇੰਦਵਾਲ ਆ ਗਏ, ਤੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹੁਕਮ ਕੀਤਾ ਕਿ ਪੁੱਤਰ ਕੁਝ ਸਮਾਂ ਇੱਥੇ ਰਹਿਣਾ ਹੈ, ਫਿਰ ਤੁਸੀਂ ਅੰਮ੍ਰਿਤਸਰ ਚਲੇ ਜਾਇਓ, ਤੀਰਥਾਂ ਦੀ ਜਾ ਕੇ ਯਾਤਰਾ ਕਰਨੀ ਹੈ ਤੇ ਤੀਰਥਾਂ ਦੀ ਸੇਵਾ ਕਰਾਉਣੀ। ਅਸੀਂ ਤੇ ਥੋੜਾ ਸਮਾਂ ਹੁਣ ਇੱਥੇ ਰਹਿਣਾ ਹੈ, ਇਸ ਕਰਕੇ ਆ ਗਏ ਹੈ, ਤੁਸੀਂ ਨਹੀਂ ਇੰਨਾ ਚਿਰ ਰਹਿਣਾ ਗੋਇੰਦਵਾਲ। ਇਹ ਗੁਰੂ ਰਾਮਦਾਸ ਜੀ ਨੇ ਹੁਕਮ ਕੀਤਾ, ਤੇ ਗੁਰੂ ਸਾਹਿਬ ਜੀ ਫਿਰ ਕੁਝ ਸਮਾਂ ਸੇਵਾ ਕਰਾਉਂਦੇ ਰਹੇ, ਤੇ ਪਿਰਥੀ ਚੰਦ ਦਾ ਝਗੜਾ ਜ਼ਿਆਦਾ ਹੀ ਵੱਧਦਾ ਗਿਆ। ਫਿਰ ਸਤਿਗੁਰੂ ਜੀ ਇੱਧਰ ਯਾਤਰਾ ਕਰਨ ਵਾਸਤੇ ਚਲੇ ਗਏ। ਭਾਈ ਗੁਰਦਾਸ ਜੀ ਕਹਿੰਦੇ ਜੀ ਜਦੋਂ ਬਾਹਲਾ ਝਗੜਾ ਕਰਨਾ ਕੀਤਾ, ਸ਼ਾਂਤ ਰੂਪ ਸ੍ਰੀ ਅਰਜਨ ਦੇਵ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਾਂਤ ਰੂਪ ਰਹਿੰਦੇ ਸਨ। ਸਹੀ ਨਾ ਕਲਹਿ ਕਰੀਏ ਦੇਵ। ਉਹਨਾਂ ਨੂੰ ਇਹ ਕਲਹਿ ਗੁਰੂ ਘਰ ਦੇ ਵਿੱਚ ਚੰਗੀ ਨਾ ਲੱਗਣਾ ਕੀਤੀ। ਇਕ ਸੇ ਰਹਿ ਸੋ ਆਏ ਸਰਹਾਈ। ਇਸ ਕਰਕੇ ਸਤਿਗੁਰੂ ਜੀ ਸੁਰਿਹਾੜੀ ਆ ਗਏ। ਡੋਰਾ ਕੀਨ ਕਿਤਕ ਸੇ ਸਨਾਲੀ। ਕੁਝ ਸਿੱਖਾਂ ਨੂੰ ਨਾਲ ਲੈ ਕੇ ਤੇ ਸੁਰਿਹਾੜੀ ਦੇ ਵਿੱਚ ਆਣ ਕੇ ਡੇਰਾ ਕਰ ਲਿਆ। ਮੁਰ ਜਨ ਮੇਰੇ ਆਨ ਕਰ ਸਾਦੇ। ਬਹੁਤ ਇੱਥੋਂ ਦੇ ਮੁਖੀ ਸਿੱਖ ਆਣ ਕੇ ਗੁਰੂ ਜੀ ਨੂੰ ਮਿਲੇ। ਅਰਬਿਓ ਵਾਇਨ ਬੰਧਨ ਧਾਰੇ। ਉਹਨਾਂ ਨੇ ਆਪਣੀ ਤਰਫੋਂ ਨਾਨਾ ਪ੍ਰਕਾਰ ਦੀਆਂ ਭੇਟਾਂ ਗੁਰੂ ਅਰਜਨ ਦੇਵ ਜੀ ਨੂੰ ਕੀਤੀਆਂ। ਗੁਰੂ ਕਹਿਓ ਦੀਜਹਿ ਕੋ ਭਾਗ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਅਸੀਂ ਕੁਝ ਦਿਨ ਰਹਿਣਾ, ਤੇ ਸਾਨੂੰ ਕੋਈ ਇੱਥੇ ਜਗ੍ਹਾ ਦੱਸਣਾ ਕਰੋ ਉਹ ਦਿਨ ਗਏ ਬੈਠ ਗੁਜ਼ਰਾਨ। ਜਿੱਥੇ ਅਸੀਂ ਕੁਝ ਦਿਨ ਸ਼ਾਂਤੀ ਦੇ ਨਾਲ ਗੁਜ਼ਾਰਾ ਕਰ ਲਈਏ। ਸੋਨ ਪਰ ਜਾਨ ਦੀਨੋ ਸ਼ਬਦਾਂ। ਤੇ ਸਰਹਾਲੀ ਦੇ ਨਗਰ ਦੇ ਪ੍ਰਬੰਧੀਆਂ ਨੇ ਗੁਰੂ ਜੀ ਦਾ ਬਚਨ ਮੰਨਣਾ ਕੀਤਾ। ਸਭ ਵੇਲ ਕਰਤ ਭਏ ਬਹੁ ਭਾਵ। ਸਾਰਿਆਂ ਨੇ ਮਿਲ ਕੇ ਬੜੀ ਭਾਵਨਾ ਦੇ ਨਾਲ ਸੁੰਦਰ ਜਗ੍ਹਾ ਤੇ ਗੁਰੂ ਅਰਜਨ ਦੇਵ ਜੀ ਦਾ ਡੇਰਾ ਕਰਵਾ ਦਿੱਤਾ। ਦਿਨ ਦੋਇ ਚਾਰ ਬਾਸ ਜਗ ਧਨ। ਜਦੋਂ ਸਤਿਗੁਰ ਜੀ 2-3 ਦਿਨ ਸਰਹਾਲੀ ਦੇ ਵਿੱਚ ਰਹਿਣਾ ਕੀਤਾ, ਸੁਨ ਸੁਨ ਸਿੱਖ ਕਰ ਆਨ ਮਹਾਰਾ। ਤੇ
ਸਤਿਗੁਰਾਂ ਦੇ ਪਾਸ ਬੇਅੰਤ ਨਗਰਾਂ ਦੀਆਂ ਸੰਗਤਾਂ ਆਉਣ ਲੱਗੀਆਂ। ਪੂਜਾ ਕਰੇ ਹੋਰ ਚੜਾਏ, ਬੜੀ ਨਾਨਾ ਪ੍ਰਕਾਰ ਦੀ ਭੇਟਾ ਜਿਹਦੇ ਵਿੱਚ ਸੁੰਦਰ ਬਹਾਦਰ ਮਾਇਆ ਉਹ ਗੁਰੂ ਜੀ ਨੂੰ ਲਿਆਣ ਕੇ ਅਰਪਣ ਕਰਨ ਲੱਗੇ। ਅਹੀ ਭੀੜ ਆਵਤ ਜਿਤ ਜਾਏ, ਵੱਡੀ ਭੀੜ ਹੋ ਗਈ, ਕੋਈ ਜਾਂਦਾ ਹੈ ਕੋਈ ਆਉਂਦਾ ਹੈ ਤੇ ਸਤਿਗੁਰੂ ਜੀ ਦੇ ਅੱਗੇ ਭੇਟਾ ਦੇ ਅੰਬਾਰ ਹੀ ਲੱਗ ਗਏ। ਜੋਗੀ ਵਸਤ ਗੁਰੂ ਗੁਰ ਜਾਣੋ, ਇਸੇ ਨਗਰ ਦੇ ਵਿੱਚ ਇੱਕ ਪਖੰਡੀ ਜੋਗੀ ਰਹਿੰਦਾ ਸੀ। ਦੇਖਤ ਜਰਿਓ ਈਰਖਾ ਮਨ ਕੋ, ਉਸ ਜੋਗੀ ਦੇ ਮਨ ਦੇ ਵਿੱਚ ਈਰਖਾ ਆਈ ਕਿ ਇਹ ਸਾਰੇ ਲੋਕ ਮੇਰੀ ਪੂਜਾ ਕਰਦੇ ਐ, ਲਾਗੇ ਦੇ ਵਿੱਚ ਮੈਨੂੰ ਭੇਟਾ ਦਿੰਦੇ ਐ। ਇਹ ਅਰਜਨ ਦੇਵ ਨੇ ਆਣ ਕੇ ਨਗਰ ਵਸ ਲਿਆ, ਮੇਰੀ ਤੇ ਭੇਟਾ ਬੰਦ ਹੋ ਗਈ, ਮੈਨੂੰ ਤੇ ਆਣ ਕੇ ਕੋਈ ਪੁੱਛਦਾ ਨਹੀਂ। ਕਿਉਂਕਿ ਜਿਹੜਾ ਝੂਠ ਹੈ ਨਾ ਉਹ ਜ਼ਿਆਦਾ ਚਿਰ ਨਹੀਂ ਚੱਲਦਾ ਤੇ ਝੂਠ ਨੂੰ ਹੀ ਜ਼ਿਆਦਾ ਡਰ ਹੁੰਦਾ ਹੈ। ਝੂਠਾ ਮਨੁੱਖ ਹੀ ਜ਼ਿਆਦਾ ਰੌਲਾ ਪਾਉਂਦਾ, ਸੱਚਾ ਨਹੀਂ ਰੌਲਾ ਪਾਉਂਦਾ। ਸੱਚੇ ਨੂੰ ਪਤਾ ਹੁੰਦਾ ਕਿੰਨੇ ਕੁ ਦਿਨ ਰੌਲਾ ਪਵੇਗਾ। ਗੁਰੂ ਸਾਹਿਬ ਜੀ ਸ਼ਾਂਤੀ ਦੇ ਪੁੰਜ, ਰਹਿਮਤਾਂ ਦੇ ਮਾਲਕ, ਕਿਉਂਕਿ ਜਿੱਥੋਂ ਜਿਹਨੂੰ ਕੁਝ ਪ੍ਰਾਪਤ ਹੋਣਾ ਹੈ ਉਧਰ ਨੂੰ ਜਾਣਾ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ ਸ਼ਾਂਤੀ ਮਿਲਦੀ ਹੈ, ਸੁਭ ਭਾਵਨਾਵਾਂ ਪੂਰੀਆਂ ਹੁੰਦੀਆਂ ਹੈ, ਲੋਕ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਤੇ ਜੋਗੀ ਹੈ ਪਖੰਡੀ, ਭੇਟਾ ਦਾ ਵਾਸਤੇ ਬੈਠਾ ਹੋਇਆ ਤੇ ਉਹਨੇ ਲੋਕਾਂ ਨੂੰ ਆਪਣੇ ਮਗਰ ਲੱਗੇ ਜਦੋਂ ਦੇਖਿਆ ਕਿ ਜਿੱਦਣ ਦੇ ਗੁਰੂ ਅਰਜਨ ਦੇਵ ਜੀ ਆਏ ਮੇਰੇ ਕੋਲ ਤੇ ਇੱਕ ਦੋ ਹੀ ਆਉਂਦੇ, ਉਧਰ ਮਾਇਆ ਬਹਾਦਰ ਸਾਰਾ ਕੁਝ ਤੁਰਿਆ ਜਾਂਦਾ। ਉਹਦੇ ਹਿਰਦੇ ਦੇ ਵਿੱਚ ਈਰਖਾ ਜਾਗੀ, ਬਾਬਾ ਮਹਿਮਾ ਤੁਰ ਦੇ ਘਟ ਜਾਏ, ਮੇਰੀ ਤੇ ਮਹਿਮਾ ਇੱਥੇ ਗੁਰੂ ਜੋ ਬੇਅੰਤ ਹੀ ਘਟ ਜਾਵੇਗੀ। ਦੇਖਾ ਦੇਖੀ ਕਿਸੇ ਕੁਝ ਲੈ, ਦੇਖਾ ਦੇਖੀ ਲੋਕ ਗੁਰੂ ਅਰਜਨ ਦੇਵ ਜੀ ਦੇ ਪਾਸ ਜਾ ਰਹੇ ਹਨ। ਅੱਜ ਬੈਠੇ ਹੋ ਤੁਰ ਦਮ ਵੇ ਸਦਾ, ਇਹ ਤੇ ਗੁਰੂ ਜੀ ਇੱਥੇ ਦੰਭ ਕਰਕੇ ਬੈਠ ਗਏ। ਕਿਉਂਕਿ ਜਿਹੜਾ ਦੰਭ ਕਰਦਾ ਹੋਵੇ ਨਾ, ਜਿਹਦੇ ਚ ਪਖੰਡ ਹੋਵੇ, ਉਹਨੂੰ ਦੂਸਰਾ ਵੀ ਪਖੰਡੀ ਨਜ਼ਰ ਆਉਂਦਾ ਹੈ। ਜਿਹੜਾ ਝੂਠਾ ਹੋਵੇ ਉਹਨੂੰ ਦੂਸਰਾ ਵੀ ਝੂਠਾ ਹੀ ਨਜ਼ਰ ਆਉਂਦਾ ਹੈ। ਚੋਰ ਚੋਰ ਵਾਸਤੇ ਚੋਰ ਨਜ਼ਰ ਆਉਂਦਾ। ਗੁਰੂ ਜੀ ਬਾਣੀ ਚ ਕਹਿੰਦੇ ਨਾ, ਤੇ ਦੁਖੀਏ ਕੋ ਪੇਖੇ ਸਭ ਦੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਰੋਗੀ ਦੇ ਭਾਣੇ ਸਾਰੇ ਰੋਗੀ ਹੈ, ਦੁਖੀ ਵਾਸਤੇ ਸਾਰੇ ਦੁਖੀ ਹੈ। ਝੂਠਾ ਹੈ ਜੋਗੀ, ਪਖੰਡੀ ਹੈ। ਉਹਨੇ ਜਾਣਿਆ ਕਿ ਜਿਵੇਂ ਮੈਂ ਪਖੰਡ ਦੇ ਨਾਲ ਲੋਕ ਮਗਰ ਲਾਏ ਐ, ਸ਼ਾਇਦ ਗੁਰੂ ਅਰਜਨ ਦੇਵ ਜੀ ਮੇਰੇ ਤੋਂ ਵੱਧ ਪਖੰਡੀ ਹੋਣਗੇ। ਪਰ ਉਹਦੇ ਸੱਚ ਦਾ ਪਸਾਰ ਹੈ ਨਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਜਿੱਥੇ ਸੱਚ ਵਰਤਦਾ ਹੈ, ਝੂਠਿਆਂ ਦੀ ਇੱਥੇ ਕੋਈ ਚੱਲਦੀ ਨਹੀਂ ਹੈ। 2-4 ਦਿਨ ਰੌਲਾ ਪਾ ਕੇ ਫਿਰ ਬੈਠਣਾ ਪੈਂਦਾ। ਕਵੀ ਜੀ ਕਹਿੰਦੇ ਜੋਗੀ ਦੇ ਮਨ ਦੇ ਵਿੱਚ ਇਹ ਈਰਖਾ ਜਾਗੀ ਕਿ ਲੋਕ ਸਾਰੇ ਗੁਰੂ ਅਰਜਨ ਦੇਵ ਜੀ ਨੂੰ ਪੂਜਣ ਲੱਗ ਪਏ ਹਨ। ਮੇਰੇ ਰਹੇ ਜਿਸ ਢਿੱਡ ਨਨ ਨਰਾ, ਤੇ ਜੇ ਇਹ ਇਵੇਂ ਹੀ ਇਸ ਨਗਰ ਦੇ ਵਿੱਚ ਬੈਠੇ ਰਹੇ ਬਾਬਾ ਸਮੀਪ ਨਹਿ ਆਵਤ ਤੁਈ, ਤੇ ਮੇਰੇ ਪਾਸ ਫਿਰ ਕੋਈ ਵੀ ਨਹੀਂ ਆਉਣਾ ਕਰੇਗਾ। ਇਮ ਜੋਗੀ ਕਹਿ ਚਿੰਤਾ ਹੋਈ, ਐਵੇਂ ਜੋਗੀ ਦੇ ਮਨ ਦੇ ਵਿੱਚ ਚਿੰਤਾ ਸਤਾਉਣ ਲੱਗੀ। ਆਪਣੇ ਸੇਵਕ ਸਕਲ ਬੁਲਾਏ, ਤੇ ਆਪਣੇ ਜਿਹੜੇ ਨਿੱਜੀ ਸੇਵਕ ਸੀ, ਜਿਨ੍ਹਾਂ ਨੂੰ ਪਖੰਡ ਕਰਨ ਵਾਸਤੇ ਪੈਸੇ ਆਦਿਕ ਦਿੰਦਾ ਸੀ, ਕਿਉਂਕਿ ਪਖੰਡੀਆਂ ਨੇ ਰੱਖੇ ਹੁੰਦੇ ਨਾ ਪਖੰਡੀ ਬੇਅੰਤ, ਜਿਨ੍ਹਾਂ ਨੂੰ ਮਾਇਆ ਧਨ ਦਿੰਦੇ ਐ। ਤੇ ਜਿਹੜਾ ਕੋਈ ਨਵਾਂ ਜਾਂਦਾ ਹੈ ਉਹ ਪਖੰਡੀ ਆਖ ਦਿੰਦਾ ਏਦਾਂ ਹੋ ਜਾਣਾ ਭਾਈ, ਇਹ ਹੋ ਜਾਣਾ। ਉਹ ਜਿਹੜੇ ਭਾਈ ਹੁੰਦੇ ਨਾ ਲਾਗੇ ਚਾਰ, ਉਹ ਕਹਿ ਦਿੰਦੇ ਭਾਈ ਅੰਤਰਜਾਮੀ ਐ, ਤੇਰੇ ਦਿਲ ਦੀਆਂ ਜਾਣ ਗਿਆ ਹੈ, ਤੂੰ ਰੌਲਾ ਨਾ ਪਾਈ, ਹੁਣ ਚੁੱਪ ਕਰਕੇ ਬਹਿ ਜਾ, ਤੇਰਾ ਭਲਾ ਹੋ ਜਾਵੇ। ਉਹ ਜਿਹੜਾ ਵਿਚਾਰਾ ਪਹਿਲੀ ਵਾਰੀ ਆਇਆ ਹੁੰਦਾ ਜਾਲ ਫਸ ਜਾਂਦਾ। ਉਹਦੇ ਭਾਣੇ ਤੇ ਸੰਗਤ, ਇਹਨਾਂ ਨੂੰ ਕੀਮਤਾਂ ਮੇਰੀਆਂ ਗੱਲਾਂ ਦਾ। ਇੱਕ ਆ ਤਰਨਤਾਰਨ, ਉਹ ਕਹਿੰਦੇ ਇੱਕ ਗ੍ਰੰਥੀ ਸਿੰਘ, ਉਹ ਕਹਿੰਦਾ ਕਿ ਉਹ ਪਖੰਡੀ ਬੜਾ, ਕਹਿੰਦੇ ਕਿ ਮੈਂ ਇੱਕ ਵਾਰ ਚਲੇ ਗਿਆ, ਕਹਿੰਦੇ ਉਹਨੇ ਮੈਨੂੰ ਏਦਾਂ ਹੀ ਕਹਿਣ ਲੱਗਾ ਤੂੰ ਆਹ ਪਾਪ ਕੀਤਾ ਹੈ। ਕਹਿੰਦਾ ਮੈਂ ਸੋਚਿਆ ਕਿ ਚਲੋ ਝੂਠ ਵੱਜ ਜਾਂਦਾ ਹੈ, ਚਲੋ ਇਹੋ ਜਿਹੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ। ਕਹਿੰਦਾ 10-15 ਜਾਣੇ ਕਹਿੰਦੇ ਬਾਬਾ ਜੀ ਅੰਦਰ ਜਾਮੀ ਹੈ, ਐਂ ਕਰ ਦੇਣਗੇ ਜਿਉਂ। ਕਹਿੰਦਾ ਆ ਵੀ ਬੋਲ, ਆ ਵੀ ਬੋਲ। ਕਹਿੰਦਾ ਮੇਰੇ ਜਦੋਂ ਦਾਲੇ ਹੋ ਗਏ ਸਾਰੇ, ਤੇ ਮੈਂ ਸਮਝਿਆ ਕਿ ਸੱਚਮੁੱਚ ਅੰਦਰ ਜਾਮੀ। ਕਹਿੰਦਾ ਮੈਂ ਮੱਥਾ ਟੇਕ ਦਿੱਤਾ ਤੇ ਉਹਨਾਂ ਨੇ ਰੌਲਾ ਪਾ ਦਿੱਤਾ ਕਿ ਵੇਖਿਆ ਨਾ ਬਾਬਾ ਜੀ ਨੇ ਪਖੰਡ ਫੜ ਲਿਆ ਇਹਦਾ, ਇਹ ਝੂਠਾ।
ਕਹਿੰਦੇ ਜਿਹੜੇ ਹੋਰ 10-15 ਸੀ ਉਹ ਵੀ ਜੈ ਜੈਕਾਰ ਕਰਨ ਲੱਗ ਪਏ ਕਿ ਬਾਬਾ ਜੀ ਸੱਚਮੁੱਚ ਤੋ ਰਲੇ ਸੀ ਆਪੋ ਵੇਦੀ। ਉਹ ਥੋੜਾ ਸਮਾਂ ਪਿਆ ਤੇ ਉਹਦੇ ਪਖੰਡ ਦਾ ਪਾਜ ਉਹ ਉਗੜ ਆਇਆ, ਕਿਉਂਕਿ ਜਿਹੜਾ ਪਖੰਡ ਹੈ ਨਾ ਉਹ ਸਾਹਮਣੇ ਆ ਜਾਂਦਾ, ਬਹੁਤਾ ਚਿਰ ਨਹੀਂ ਚੱਲਦਾ। ਇਹ ਝੂਠਾ ਜਿਹੜਾ ਹੈ ਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ, ਕਿਉਂਕਿ ਇਹ ਸੱਚ ਦੀ ਦੁਕਾਨ। ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਲੈ ਕੇ ਇਤਿਹਾਸ ਪੜ੍ਹ ਲਓ, ਜਿਹੜੇ ਵੀ ਪਖੰਡੀ ਨੇ ਝੂਠੇ ਨੇ ਗੁਰੂ ਘਰ ਦੇ ਨਾਲ ਮੱਥਾ ਲਾਇਆ, ਉਹ ਬਹੁਤਾ ਚਿਰ ਨਹੀਂ ਉਹਦਾ ਪਾਜ ਉਗੜ ਆਇਆ। ਤਪੇ ਦਾ ਖਡੂਰ ਸਾਹਿਬ ਵਾਲੇ ਦਾ ਵੀ ਪਾਜ ਉਗੜ ਆਇਆ। ਗੁਰੂ ਜੀ ਨੇ ਬਾਣੀ ਦੇ ਵਿੱਚ ਸਾਰਾ ਬਹਾਨਾ ਦਿੱਤਾ ਹੈ। ਇਹ ਵੀ ਜੋਗੀ ਹੁਣ ਆਪਣੇ ਝੂਠੇ ਚੇਲਿਆਂ ਨੂੰ ਪਾਸ ਬੁਲਾਏ ਕਿ ਭਾਈ ਆਪਾਂ ਹੁਣ ਕੋਈ ਯਤਨ ਕਰੀਏ, ਆਪਾਂ ਭੁੱਖੇ ਮਰਨ। ਸਾਰੇ ਗੁਰੂ ਅਰਜਨ ਦੇਵ ਜੀ ਦੇ ਪਾਸ ਚਲੇ ਜਾਂਦੇ, ਕਹਿੰਦੇ ਇਹ ਡਰਾਵਾ ਦੇਣ ਲੱਗਾ। ਕਹਿੰਦੇ ਲੋਕਾਂ ਨੂੰ ਡਰਾਉਣ ਵਾਸਤੇ ਸਮਝਾਉਣਾ ਕੀਤਾ ਕਿ ਅਰਜਨ ਦੇਵ ਦੇ ਬਾਦਸ਼ਾਹ ਤੋਂ ਡਰਦਾ ਹੋਇਆ ਤੁਰਿਆ ਫਿਰਦਾ ਹੈ ਤੇ ਤੁਹਾਡੇ ਪਾਸ ਬਾਦਸ਼ਾਹ ਤੋਂ ਡਰ ਕੇ ਭੱਜ ਕੇ ਆ ਗਿਆ ਹੈ। ਤੇ ਜਦੋਂ ਬਾਦਸ਼ਾਹ ਨੂੰ ਪਤਾ ਲੱਗਿਆ ਕਿ ਅਰਜਨ ਦੇਵ ਨੂੰ ਸਰਹਾਲੀ ਵਾਲਿਆਂ ਨੇ ਥਾਂ ਦਿੱਤਾ ਹੈ ਤੇ ਨਾਲੇ ਇਹ ਲੋਕਾਂ ਨੂੰ ਪਖੰਡ ਦੇ ਨਾਲ ਠੱਗਦੇ ਹਨ, ਇਸ ਕਰਕੇ ਇਹਨਾਂ ਦੇ ਸਿੱਖ ਜਿਹੜੇ ਹੈ ਉਹ ਵੀ ਤੁਹਾਡੇ ਨਾਲ ਦਗਾ ਕਰਨਗੇ ਤੇ ਤੁਹਾਡੇ ਨਗਰ ਦਾ ਭਾਰੀ ਬੁਰਾ ਹੋ ਜਾਵੇਗਾ। ਜੇ ਕਿਤੇ ਜਹਾਂਗੀਰ ਨੇ ਇਹ ਸੁਣ ਲੈਣਾ ਕੀਤਾ, ਤੁਹਾਡਾ ਪਿੰਡ ਵੀ ਜਾੜ ਦੇਵੇਗਾ ਤੇ ਤੁਹਾਨੂੰ ਲੁੱਟ ਵੀ ਲਵੇਗਾ। ਇਸ ਕਰਕੇ ਅਰਜਨ ਦੇਵ ਨੂੰ ਇੱਥੋਂ ਕੱਢ ਦੇਣਾ ਕਰੋ। ਜੇ ਤੁਸੀਂ ਇੱਥੇ ਰੱਖੋਗੇ ਤੁਹਾਡੇ ਵਾਸਤੇ ਬੜਾ ਦੁਖਦਾਈ ਹੋਵੇਗਾ। ਇਹ ਸੁਣ ਕੇ ਤੇ ਲੋਕ ਚਿੰਤਾ ਦੇ ਵਿੱਚ ਪੈ ਗਏ। ਜੋਗੀ ਦੇ ਪ੍ਰੇਰੇ ਹੋਏ ਲੋਕ ਗੁਰੂ ਜੀ ਦੇ ਪਾਸ ਆ ਗਏ। ਬੜੇ ਗੁੱਸੇ ਦੇ ਵਿੱਚ ਆਣ ਕੇ ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਜਿੱਧਰ ਨੂੰ ਜਾਣਾ ਉਧਰ ਨੂੰ ਚਲੇ ਜਾਣਾ ਕਰੋ। ਗੁਰੂ ਸਾਹਿਬ ਜੀ ਕਹਿੰਦੇ ਭਾਈ ਏਦਾਂ ਕੀ ਹੋ ਗਿਆ, ਤੁਹਾਨੂੰ ਪੁੱਛ ਕੇ ਤੁਹਾਡੇ ਨਗਰ ਦੇ ਵਿੱਚ ਬੈਠੇ ਹਾਂ। ਕਹਿੰਦੇ ਗੁਰੂ ਜੀ ਕਹਿੰਦੇ ਭਾਈ ਕਿਉਂ ਗੁੱਸੇ ਦੇ ਵਿੱਚ ਆ ਰਹੇ, ਅਸੀਂ ਕੀ ਅਪਰਾਧ ਕੀਤਾ, ਤੁਹਾਨੂੰ ਪੁੱਛਿਆ ਹੈ ਤਾਂ ਹੀ ਬੈਠੇ ਹਾਂ। ਹੁਣ ਇੰਨੇ ਕ੍ਰੋਧ ਦੇ ਵਿੱਚ ਬੋਲਦੇ ਹੋ, ਅਸੀਂ ਕੀ ਤੁਹਾਡਾ ਕਾਰਜ ਕੋਈ ਵਿਗਾੜ ਦਿੱਤਾ ਹੈ? ਕਿਉਂ ਸਾਡੇ ਨਾਲ ਇੰਨਾ ਭਾਰੀ ਗੁੱਸਾ ਕਰਦੇ ਹੋ? ਇਹ ਸੁਣ ਕੇ ਨਗਰ ਦੇ ਲੋਕਾਂ ਨੇ ਕਠੋਰ ਵਚਨ ਬੋਲੇ ਗੁਰੂ ਜੀ ਨੂੰ। ਇਹ ਤੁਸੀਂ ਭਾਰੀ ਪਖੰਡ ਦੇ ਨਾਲ ਲੋਕਾਂ ਨੂੰ ਲੁੱਟਦੇ ਹੋ। ਇਹ ਸਾਨੂੰ ਰੌਲਾ ਤੇ ਪਖੰਡ ਇੱਥੇ ਚੰਗਾ ਨਹੀਂ ਲੱਗਦਾ। ਹੁਣ ਜਿੱਧਰ ਨੂੰ ਵੀ ਤੁਹਾਡਾ ਮੂੰਹ ਕਰਦਾ ਉਧਰ ਹੀ ਚਲੇ ਜਾਵੋ। ਗੁਰੂ ਸਾਹਿਬ ਜੀ ਦੇ ਹਿਰਦੇ ਦੇ ਵਿੱਚ ਰੋਸ ਆ ਗਿਆ। ਸਤਿਗੁਰੂ ਜੀ ਨੇ ਇੱਕ ਇੱਟ ਫੜ ਕੇ ਉਹਦੇ 4 ਰੋੜੇ ਬਣਾਉਣਾ ਕੀਤੇ ਤੇ 4 ਨੁਕਰਾਂ ਦੇ ਵਿੱਚ ਉਹ 4 ਰੋੜੇ ਸੁੱਟ ਦੇਣਾ ਕੀਤੇ। ਬਾਬਾ ਬੁੱਢਾ ਜੀ ਨੇ ਉਹ ਰੋੜੇ ਜਿਹੜੇ ਕੁਝ ਲੱਭ ਕੇ ਲੈ ਆਉਣਾ ਕੀਤੇ। ਉਹਨਾਂ ਦੇ ਵਿੱਚੋਂ 3 ਹੀ ਰੋੜੇ ਲੱਭਣਾ ਕੀਤੇ। ਗੁਰੂ ਸਾਹਿਬ ਜੀ ਕਹਿੰਦੇ ਭਾਈ ਬੁੱਢਾ ਜੀ ਤੁਸੀਂ ਪਾਰਿਓ ਬਕਾਰੀ ਹੋ, ਕਿਉਂਕਿ ਇਤਿਹਾਸ ਦੇ ਵਿੱਚ ਆਉਂਦਾ ਕਿ ਬਾਬਾ ਬਿਧੀ ਚੰਦ ਜੀ ਦੇ ਨਾਨਕੇ ਸੀ। ਬਾਬਾ ਜੀ ਨੇ ਵਚਨ ਕੀਤਾ ਤੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਭੇਜਿਆ ਕਿ ਜਾਓ ਬਾਬਾ ਬਿਧੀ ਚੰਦ ਜੀ ਕਹਿੰਦੇ ਐ ਰੋੜੇ ਲੱਭ ਕੇ ਲੈ ਆਉਣਾ ਕਰੋ। ਕਹਿੰਦੇ 3 ਰੋੜੇ ਜਦੋਂ ਲੈ ਆਏ, ਸਤਿਗੁਰੂ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਬੜੇ ਵੱਡੇ ਪਰਉਪਕਾਰੀ ਹੋ।
ਬਿਰਧ ਬਿਨਤੀ ਸਹਿਤ ਬਖਾਨਾ। ਕਹਿੰਦੇ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਤੀਨ ਭਾਗ ਮੈਂ ਮੇਰੇ ਆਨਾ। ਸਤਿਗੁਰੂ ਜੀ 3 ਰੋੜੇ ਲੱਭ ਕੇ ਲਿਆਣ ਕੇ ਮੈਂ ਆਪ ਜੀ ਨੂੰ ਹਾਜ਼ਰ ਕਰ ਦਿੱਤੇ ਹੈ। ਚਤੁਰਥ ਭਾਗ ਨ ਪਾਇਓ ਕੋਈ। ਸਤਿਗੁਰੂ ਜੀ 4ਥਾ ਰੋੜਾ ਮੈਨੂੰ ਮਿਲਿਆ ਨਹੀਂ। ਰਾਜ ਦੀ ਆਗਿਆ ਨ ਹੋਈ। ਜਿਵੇਂ ਆਪ ਜੀ ਦੀ ਹੁਣ ਆਗਿਆ ਹੋਵੇ। ਗੁਰੂ ਕਹਿਓ ਤੁਮ ਪਾਇਓ ਬਨਾਈ। ਗੁਰੂ ਸਾਹਿਬ ਜੀ ਕਹਿੰਦੇ ਬਾਬਾ ਜੀ ਤੁਸੀਂ ਬੜੇ ਵੱਡੇ ਪਰਉਪਕਾਰੀ ਹੋ। ਤੀਨ ਦਿਸ਼ਾ ਕ੍ਰਿਸ਼ੀ ਉਪਜੈ ਸਾਰੀ। 3 ਜਿਹੜੀਆਂ ਇਹ ਦਿਸ਼ਾ ਹੈ ਨਾ, ਇਹਨਾਂ ਦੇ ਵਿੱਚ ਜ਼ਮੀਨ ਹਰੀ ਭਰੀ ਹੋ ਜਾਵੇਗੀ। ਚਤੁਰਥ ਦੇਸ਼ ਕਲਰ ਹੋਏ। ਤੇ ਚੌਥੀ ਦਿਸ਼ਾ ਦੇ ਵਿੱਚ ਕਲਰ ਹੀ ਕਲਰ ਹੋਵੇਗਾ। ਸੋ ਅਵਲਗ ਇਤ ਪਰਿਓ ਜਾਏ। ਕਵੀ ਜੀ ਕਹਿੰਦੇ ਅੱਜ ਤੀਕਰ ਉਹ ਜਿਹੜੀ ਸਰਿਆਲੀ ਦੀ ਠੱਟੇ ਵੱਲ ਦਦੇਰ ਵਾਲੀ ਦਿਸ਼ਾ ਹੈ, ਉਧਰ ਦੇਖੋ ਕਲਰ ਹੀ ਕਲਰ ਹੈ। ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤਾ ਕਿ ਇੱਥੇ ਅਸਥਾਨ ਬਣੇਗਾ, ਤੀਰਥ ਬਣੇਗਾ। ਜਿਹਦੇ ਬਾਣੀ ਪੜ੍ਹੀ ਜਾਵੇਗੀ ਸੰਗਤਾਂ ਆਉਣਗੀਆਂ ਤੇ ਇੱਥੇ ਫਿਰ ਹਰਿਆਵਲ ਹੋ ਜਾਵੇਗੀ। ਤੇ ਹੁਣ ਦੇਖ ਲਓ ਕੁਝ ਹਰਿਆਵਲ ਹੋ ਗਈ ਹੈ, ਕੁਝ ਕਲਰ ਜਿਹੜਾ ਉਹ ਰਹਿ ਗਿਆ। ਤੇ ਕਈ ਥਾਵਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਤਰਨਤਾਰਨ ਤੀਰਥ ਵਸਾਉਣਾ ਕੀਤਾ, ਸਤਿਗੁਰੂ ਜੀ ਸੁਰ ਸਿੰਘ ਵੀ ਗਏ, ਝਬਾਲ ਵੀ ਗਏ, ਇੱਥੇ ਬੈਂਕੇ ਵੀ ਆਏ। ਬੈਂਕੇ ਵਾਲਿਆਂ ਨੇ ਕਹਿ ਦਿੱਤਾ ਜੀ ਇੱਥੇ ਤੀਰਥ ਬਣਾਓ। ਉਹ ਤੀਰਥ ਬਣਾਉਣਾ ਪ੍ਰਾਰੰਭ ਕੀਤਾ ਤੇ ਮੁੜ ਕੇ ਉਹਨਾਂ ਵੀ ਰੌਲਾ ਪਾ ਦਿੱਤਾ ਕਿ ਸਤਿਗੁਰੂ ਜੀ ਅਸੀਂ ਇੱਥੇ ਡੰਗਰ ਜਾੜਾ ਕਰਿਆ ਕਰਨਗੇ, ਲੋਕ ਗੱਡਿਆਂ ਦੇ ਆਇਆ ਕਰਨਗੇ, ਸਾਡਾ ਨੁਕਸਾਨ ਹੋਵੇਗਾ, ਇੱਥੋਂ ਚਲੇ ਜਾਓ। ਸਤਿਗੁਰੂ ਜੀ ਨੇ ਇਹ ਬਚਨ ਕਰ ਦਿੱਤਾ ਕਿ ਜਿਹਦਾ ਕਰਕੇ ਤੁਸੀਂ ਜਾੜਾ ਕਹਿੰਦੇ ਹੋ, ਇੱਥੇ ਜਾੜਾ ਹੀ ਹੁੰਦਾ ਸੀ। ਸੁਰ ਸਿੰਘ ਵੀ ਕਲਰ ਹੁੰਦਾ ਸੀ 4 ਸਪੇਰੇ। ਤੇ ਜਿਹੜਾ ਬੈਂਕਾ ਹੈ ਉੱਥੇ ਸਤਿਗੁਰੂ ਜੀ ਕਹਿੰਦੇ ਬੈਂਕਾ ਵਜਾਵੇ ਡੈਂਕਾ, ਕਿ ਤੁਹਾਡੀ ਸਲਾਹ ਨਹੀਂ ਰਲਿਆ ਕਰੇਗੀ। ਉੱਥੇ ਵੀ ਇੱਕ ਬੰਨੇ ਸਾਰੀ ਜਾੜ ਹੀ ਹੈ। ਉਹ ਨਗਰ ਵਾਲੇ ਗਰਾਈ ਕਰਕੇ ਗੁਰਦੁਆਰਾ ਬਣਾਉਂਦੇ ਸੀ, ਲੈਂਟਰ ਪੈ ਜਾਣਾ, ਲੋਕ ਨੇ ਆਖਣਾ ਇਹ ਨਹੀਂ ਚੰਗਾ ਬਣਿਆ, ਉਹ ਢਾਹ ਦੇਣਾ। ਉਹ ਸੰਗਤ ਦੀ ਮਾਇਆ ਵੀ ਬਰਬਾਦ ਕਰਨੀ। ਫਿਰ ਸੰਗਤ ਨੇ ਜਾ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਕਿਰਪਾ ਕਰੋ, ਇਹ ਤੀਰਥ ਸਥਾਨ ਬਣ ਜਾਵੇ। ਗੁਰੂ ਅਰਜਨ ਦੇਵ ਜੀ ਆਏ। ਫਿਰ ਸੰਗਤ ਨੂੰ ਬਾਬਾ ਜੀ ਨੇ ਕਿਹਾ ਕਿ ਗਰਾਈ ਕਰਿਆ ਕਰੋ ਸਾਰੇ ਇਕੱਠੀ, ਤੇ ਸਾਡੇ ਕੋਲ ਕਾਪੀ ਲਾਓ ਆਪਣੇ ਪਿੰਡ ਦੀ ਕਿ ਨਾ ਅਸੀਂ ਤੁਹਾਡੇ ਪੈਸੇ ਨੂੰ ਹੱਥ ਲਾਈਏ, ਤੁਸੀਂ 5 ਮੈਂਬਰੀ ਕਮੇਟੀ ਬਣਾ ਲਓ, ਜਮ੍ਹਾਂ ਕਰਾ ਲਿਆ ਕਰੋ, ਕਢਾ ਲਿਆ ਕਰੋ, ਅਸੀਂ ਉਹ ਮਾਇਆ ਇੱਕ ਵੀ ਫੜ ਕੇ ਤੇ ਜਮ੍ਹਾਂ ਕਰਾ ਲਿਆ ਕਰਾਂਗੇ, ਮਾਇਆ ਤੁਹਾਡੀ ਹੀ ਰਹੇਗੀ। ਉਹ ਫਿਰ ਬਾਬਾ ਜੀ ਨੇ ਸੇਵਾ ਕਰਾਈ ਕਿ ਹੁਣ ਉਹ ਜਿਹੜਾ ਬਣਿਆ ਹੈ ਗੁਰਦੁਆਰਾ, ਪਹਿਲੋਂ ਕਹਿੰਦੇ ਪੁਰਾਣਾ ਕਿੰਨੀ ਵਾਰੀ ਉਹਨਾਂ ਨੇ ਢਾਹ ਦਿੱਤਾ, ਕਿਤੇ ਲੈਂਟਰ ਪੈ ਜਾਣਾ, ਕਿਤੇ ਕੰਧਾਂ ਹੋਣੀਆਂ, 2 ਚੌਣੇ ਰੌਲਾ ਪਾ ਕੇ ਤੇ ਢਾਹ ਦੇ। ਕਹਿੰਦੇ ਉਹਨਾਂ ਦੀ ਸਲਾਹ ਹੀ ਨਹੀਂ ਸੀ ਬਣਦੀ। ਇਤਿਹਾਸ ਦੇ ਵਿੱਚ ਜੋ ਆਇਆ ਹੈ ਉਹ ਸਭ ਕੁਝ ਅੱਜ ਦੀ ਪ੍ਰਤੱਖ ਹੈ। ਸਰਿਆਲੀ ਦੇ ਵਿੱਚ ਵੀ ਜਾ ਕੇ ਆਪਾਂ ਦੇਖ ਲਈਏ, ਉਹ ਸਾਰੀ ਨੁੱਕਰ ਕਲਰ ਹੀ ਕਲਰ ਪਿਆ ਹੁੰਦਾ ਸੀ। ਹੁਣ ਚਲੋ ਥੋੜਾ ਅਜੇ ਵੀ ਹੈ ਨਿਸ਼ਾਨੀਆਂ। ਸੁਰ ਸਿੰਘ ਵੀ ਹੁਣ ਜਦੋਂ ਬਾਬਾ ਜੀ ਨੇ ਸਰੋਵਰ ਬਣਾ ਦਿੱਤਾ ਹੈ, ਇਹ ਬੰਨੇ ਸਾਰਾ ਸੜਕ ਤੀਕਰ ਕਲਰ ਹੀ ਕਲਰ ਹੁੰਦਾ ਸੀ, ਕੁਝ ਨਹੀਂ ਸੀ ਹੁੰਦਾ। ਮੇਰੇ ਦੇਖਣ ਦੀ ਹੈ ਕਿ ਸਾਰਾ ਸੜਕ ਤੋਂ ਉਤਰਦੇ ਹੁੰਦੇ ਸੀ, ਕਿਤੇ ਜ਼ਮੀਨ ਜਿਹੜੀ ਹੈ ਉਹਦੇ ਵਿੱਚ ਕੁਝ ਨਹੀਂ ਸੀ ਹੁੰਦਾ। ਹੁਣ ਭਾਵੇਂ ਉੱਥੇ ਕਣਕਾਂ ਹਰ ਚੀਜ਼ਾਂ ਝੋਨੇ ਹੁੰਦਾ ਹੈ, ਸਾਰਾ ਉਦਾਂ ਹੀ ਪਿਆ ਹੁੰਦਾ ਸੀ, ਵਾਧੂ ਹੀ। ਸਰਿਆਲੀ ਦਾ ਵੀ ਇਹ ਇਲਾਕਾ ਉਵੇਂ ਹੀ ਪਿਆ ਹੁੰਦਾ ਸੀ। ਤੇ ਫਿਰ ਕਿਵੇਂ ਕਹਿ ਦਿੰਦੇ ਇਤਿਹਾਸ ਨੂੰ ਕਿ ਇਤਿਹਾਸ ਵਾਲੇ ਇਹ ਆ ਕਿ ਜਿਉਂ ਜਾਂ ਕਿ ਉਹਨਾਂ ਥਾਵਾਂ ਦਾ ਆਣ ਕੇ ਪਰਤਾਵਾ ਲੈ ਲੈਣਾ, ਜਿਹੜੇ ਬਚਨ ਹੋਏ ਆ, ਜਿਹੜੇ ਮੁਤਾਬਕ ਇਤਿਹਾਸ ਲਿਖਿਆ ਉਹ ਜਾ ਕੇ ਵੇਖ ਲੈਣ, ਪੁਰਾਣੇ ਬਜ਼ੁਰਗਾਂ ਨੂੰ ਪੁੱਛ ਲੈਣ। ਬੈਂਕਾ ਨਗਰ ਨਜ਼ਦੀਕ ਹੈ, ਉੱਥੇ ਜਾ ਕੇ ਪੁੱਛ ਲਓ ਕਿੰਨੀ ਵਾਰੀ ਉਹਨਾਂ ਦਰਬਾਰ ਢਾਇਆ, ਕਿੰਨੇ ਪੈਸੇ ਦਾ ਨੁਕਸਾਨ ਕੀਤਾ, ਕਿੰਨੀ ਵਾਰੀ ਉਹ ਸਰੋਵਰ ਬਣਾਉਣ ਪਏ, ਸਰੋਵਰ ਅੱਧਾ ਬਣ ਜਾਣਾ, ਜਦੋਂ ਜਲ ਛੱਡਣਾ ਪੈਣਾ, ਨਹੀਂ ਇਹ ਨਹੀਂ ਚੰਗਾ ਬਣਿਆ, ਉਹਨਾਂ ਪੂਰ ਦੇਣ। ਕਈ ਕੁਝ ਸਾਰਾ ਪ੍ਰਤੱਖ ਹੈ। ਕਿਸੇ ਨੇ ਵੀ ਜਾ ਕੇ ਪੁੱਛਣਾ ਹੋਵੇ ਬੈਂਕੇ ਭਾਈ ਆ ਗੱਲ ਹੋਈ ਹੈ, ਸਾਰੇ ਬਜ਼ੁਰਗ ਦੱਸਣਗੇ। ਸਰਿਆਲੀ ਦੇ ਵਿੱਚ ਚਲੇ ਜਾਈਏ, ਇਹ ਸਾਰਾ ਜੋ ਹਵਾਲਾ ਕਵੀ ਨੇ ਦਿੱਤਾ ਹੈ, ਉੱਥੇ ਜਾ ਕੇ ਸਾਰਾ ਕੁਝ ਸੁਣ ਕੇ ਦੇਖ ਕੇ ਉਹਨਾਂ ਸਮਿਆਂ ਦੇ ਵਿੱਚ ਕਿ ਜਦੋਂ ਪੈਦਲ ਚੱਲ ਕੇ ਵਿਚਾਰੇ ਜਾਂਦੇ ਨੇ। ਇਹ ਨਹੀਂ ਕਿ ਅੱਜ ਦਾ ਸਮਾਂ ਸੀ ਗੱਡੀਆਂ ਤੇ ਚੜ੍ਹ ਕੇ, ਨਹੀਂ, ਕੈਂਥਲ ਦੇ ਵਿੱਚ ਜਾ ਕੇ ਸਾਡੇ ਪੰਜਾਬ ਵਾਲਿਆਂ ਨੇ ਤੇ ਉਹਨਾਂ ਦਾ ਸਾਥ ਵੀ ਨਹੀਂ ਵਿਚਾਰਿਆਂ ਦਾ ਦਿੱਤਾ। ਕੈਂਥਲ ਦਾ ਰਾਜਾ
सिख सी ਉਹਨੇ ਆਪਣੇ ਪਾਸ ਰੱਖ ਕੇ ਤੇ ਇਹ ਸਾਰੇ ਇਤਿਹਾਸ ਦੀ ਜਿਹੜੀ ਹੈ ਲਿਖਵਾਈ ਕੀਤੀ ਹੈ। ਕਵੀ ਜੀ ਦੇ ਕੈਥਲ ਬਣੀ ਹੋਈ ਹੈ, ਉਹਨਾਂ ਦੇ ਨਾਮ ਦੇ ਉੱਪਰ ਘਰ ਬਣਿਆ ਹੈ, ਉਹਨਾਂ ਦੀ ਉੱਥੇ ਵੱਡੀ ਹਵੇਲੀ ਵੀ ਹੈ ਕਵੀ ਜੀ ਦੀ। ਉੱਥੇ ਜਾ ਕੇ ਨਗਰ ਕਵੀ ਜੀ ਦਾ ਅਨੂਰ ਦੀ ਸਰਾਂ ਇਤਿਹਾਸ ਨੂੰ ਜਾਂਦੇ ਆ ਰਾਹ ਦੇ ਵਿੱਚ, ਇੱਥੇ ਉਹਨਾਂ ਦਾ ਜਨਮ ਹੋਇਆ ਤੇ ਇਤਿਹਾਸ ਉਹਨਾਂ ਨੇ ਹਰਿਆਣੇ ਦੇ ਵਿੱਚ ਜਾ ਕੇ ਲਿਖਿਆ। ਇਸ ਕਰਕੇ ਬਹੁਤ ਲੋਕ ਹੈ, ਕਿਉਂਕਿ ਬੜੀ ਤਰ੍ਹਾਂ ਦੇ ਲੋਕ ਹੈ ਜਿਨ੍ਹਾਂ ਤੋਂ ਬਚਣ ਦੀ ਲੋੜ ਹੈ। ਬਾਕੀ ਇਤਿਹਾਸ ਹੈ, ਇਹਨੂੰ ਪਰਪੱਕ ਕਰਨ ਵਾਸਤੇ ਬਾਣੀ ਦੇਖ ਲਈਏ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇਖ ਲਈਏ। ਜੇ ਬਾਣੀ ਦੇ ਨਾਲ ਮੇਲ ਨਹੀਂ ਖਾਂਦਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਨਾਲ ਮੇਲ ਨਹੀਂ ਖਾਂਦਾ, ਫਿਰ ਅਸੀਂ ਕਹਿ ਸਕਦੇ ਭਈ ਇਹ ਝੂਠ ਹੋਵੇ। ਦੂਸਰੀ ਗੱਲ ਇਦਾਂ ਵੀ ਹੈ ਕਿ ਕਈ ਗੱਲਾਂ ਆਪਾਂ ਦੇਖਦੇ ਹਾਂ ਉਹ ਸਮੇਂ ਦੇ ਨਾਲ ਤਬਦੀਲ ਹੋ ਜਾਂਦੀਆਂ। ਹੁਣ ਦੇਖੋ ਆਪਾਂ ਆਮ ਦੇਖਦੇ ਵਿਆਹਾਂ ਦੇ ਵਿੱਚ ਪਹਿਲਾਂ ਸਿਰਫ ਚੌਲ ਹੁੰਦੇ ਸੀ ਖਵਾਏ ਜਾਂਦੇ, ਜਰਦਾ ਬਣਾ ਲੈਣਾ ਨਾਲ ਦਾਲ, ਕਿਤੇ ਸਬਜ਼ੀ ਹੋਣੀ ਜਾਂ ਜਲੇਬ ਕੱਢ ਲੈਣੀ। ਅੱਜ ਦੇ ਬੱਚੇ ਨੂੰ ਆਖੇ ਭਾਈ ਐਵੇਂ ਪੰਗਤਾਂ ਲਾ ਕੇ ਉਹ ਹੁੰਦੀਆਂ ਸੀ ਪਿੱਤਲ ਦੀਆਂ ਵਿੰਗੀਆਂ ਦੀਆਂ ਥਾਲੀਆਂ, ਗਲਾਸ ਵੀ ਵਿੰਗੇ ਡੇਢੇ, ਭਈ ਇਹਨਾਂ ਦੇ ਵਿੱਚ ਰੋਟੀਆਂ ਖਵਾਉਂਦੇ ਸੀ ਵੇਲ ਵਾਲਿਆਂ ਨੂੰ। ਕੌਣ ਮੰਨੇਗਾ? ਕੋਈ ਵੀ ਨਹੀਂ। ਆਪਣੇ ਦੇਖਣ ਦੇ ਵਿੱਚ ਕੀ ਕੁਝ ਤਬਦੀਲ ਹੋ ਜਾਂਦਾ ਹੈ। ਅੱਜ ਦੇਖੋ ਨਾ ਦਸਤਾਰ ਗਫਤਾਰ ਕਹਿੰਦੇ ਇਹਦਾ ਬਦਲਣ ਲੱਗਿਆ ਸਮਾਂ ਨਹੀਂ ਲੱਗਦਾ। ਅੱਜ ਆਪਾਂ ਦਸਤਾਰ ਦੇਖਦੇ ਆ ਬੱਚਿਆਂ ਦੇ ਸਿਰਾਂ ਤੇ, ਕਦੀ ਵੱਟਾਂ ਵਾਲੀਆਂ ਤੇ ਕਦੀ ਕਿਸੇ ਤਰ੍ਹਾਂ ਦੀਆਂ। ਕੀ ਕੁਝ ਬਦਲਦਾ ਰਹਿੰਦਾ ਸਾਡੇ ਸਾਹਮਣੇ। ਤੇ ਇਤਿਹਾਸ ਕਿਦੋਂ ਦਾ ਲਿਖਿਆ ਹੋਇਆ ਹੈ, ਉਦੋਂ ਦੀ ਮਰਜ਼ਾਦਾ, ਉਦੋਂ ਦੇ ਅਸੂਲਾਂ ਦੇ ਅਨੁਸਾਰ ਸਾਰਾ ਕੁਝ ਲਿਖਿਆ ਹੋਇਆ ਹੈ। ਉਹ ਪੜ੍ਹਨ ਵਾਲੇ ਨੇ ਗਾੜੀ ਕੀ ਪਰੋਸਣਾ ਹੈ ਕਿ ਹੁਣ ਕੀ ਚੱਲਦਾ ਹੈ, ਮੈਂ ਉਹ ਮੁਤਾਬਕ ਇਹ ਗੱਲ ਕਰਾਂ। ਰੋਹ ਵਿਚਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਵਰ ਦੇਣਾ ਕੀਤਾ ਸੀ ਕਿ ਜਿਵੇਂ ਜਿਵੇਂ ਇੱਥੇ ਤੀਰਥ ਸਥਾਨ ਬਣੇਗਾ ਇਹ ਕਲਰ ਜਿਹੜਾ ਹੈ ਉਹ ਖਤਮ ਹੋ ਜਾਵੇਗਾ। ਸੁਰ ਸਿੰਘ ਵੀ ਜਾ ਕੇ ਦੇਖ ਲਓ, ਬੈਂਕੇ ਵੀ ਦੇਖ ਲਓ, ਸਰਿਆਲੀ ਵੀ ਜਾ ਕੇ ਦੇਖ ਲਓ। ਅੱਗੇ ਗੁਰੂ ਸਾਹਿਬ ਜੀ ਇੱਥੋਂ ਗੁਰੂ ਹਰਗੋਬਿੰਦ ਸਾਹਿਬ ਜੀ ਚੋਲੇ ਸਾਹਿਬ ਜਾਣਗੇ, ਉੱਥੋਂ ਦੀ ਕਥਾ ਅੱਗੇ ਪ੍ਰਸੰਗ ਕੱਲ ਨੂੰ ਪ੍ਰਾਰੰਭ ਹੋਵੇਗਾ ਕਿ ਕਿਵੇਂ ਗੁਰੂ ਸਾਹਿਬ ਜੀ ਨੇ ਉੱਥੇ ਜਾ ਕੇ ਵਰ ਦੇਣਾ ਕੀਤੇ, ਨਾਮ ਰੱਖਣਾ ਕੀਤਾ। ਉਹ ਕਥਾ ਆਪ ਜੀ ਨੇ ਕੱਲ ਨੂੰ ਆਣ ਕੇ ਸਰਵਣ ਕਰ ਲੈਣੀ। ਸਤਿਗੁਰੂ ਜੀ ਕਿਰਪਾ ਕਰਨ। ਸੋ ਐਸੇ ਗੁਰੂ ਸਾਹਿਬ ਜੀ ਦੇ ਇਤਿਹਾਸ ਸੁਣੀਏ। ਇਤਿਹਾਸ ਸੁਣਨ ਦੇ ਨਾਲ ਸਾਡਾ ਗੁਰੂ ਸਾਹਿਬ ਜੀ ਦੇ ਨਾਲ, ਗੁਰੂ ਦੀਆਂ ਸੰਗਤਾਂ ਦੇ ਨਾਲ ਪਿਆਰ ਵੱਧਦਾ, ਸ਼ਰਧਾ ਵੱਧਦੀ ਹੈ, ਭਾਵਨਾ ਬਣਦੀ ਹੈ ਗੁਰੂ ਸਾਹਿਬ ਜੀ ਦੇ ਉੱਪਰ। ਸੋ ਵੱਧ ਤੋਂ ਵੱਧ ਇਤਿਹਾਸ ਪੜ੍ਹਿਆ ਕਰੀਏ, ਸੁਣਿਆ ਕਰੀਏ, ਘਰ ਦੇ ਵਿੱਚ ਵੀ ਬੱਚਿਆਂ ਨੂੰ ਪੜ੍ਹ ਕੇ ਸੁਣਾਇਆ ਕਰੀਏ, ਤਾਂ ਕਰਕੇ ਆਉਣ ਵਾਲੀ ਜਿਹੜੀ ਪਨੀਰੀ ਹੈ ਉਹ ਗੁਰੂ ਦੇ ਨਾਲ ਜੁੜੇ। ਜਿੱਥੇ ਉਹ ਸੁਖੀ ਹੋਣਗੇ ਉੱਥੇ ਸੁਣਾਉਣ ਵਾਲੇ ਵੀ, ਬਜ਼ੁਰਗ ਵੀ ਸੁਖੀ ਹੋਣਗੇ। ਸੋ ਗੁਰੂ ਦਾ ਇਤਿਹਾਸ ਵੱਧ ਤੋਂ ਵੱਧ ਪੜ੍ਹਿਆ ਕਰੀਏ, ਸੁਣਿਆ ਕਰੀਏ। ਐਸੀਆਂ ਕਥਾ ਕਹਾਣੀਆਂ ਪੜ੍ਹੀਏ ਤੇ ਸੁਣੀਏ, ਸੁਣ ਕੇ ਮਨ ਚ ਵਸਾਈਏ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਰੀ। ਸਤਿਗੁਰੂ ਜੀ ਕਿਰਪਾ ਕਰਨ, ਗਿਆਨ ਸਾਡੇ ਹਿਰਦਿਆਂ ਦੇ ਵਿੱਚ ਵਸਾਉਣ। ਸਤਿਗੁਰੂ ਜੀ ਕਿਰਪਾ ਕਰਕੇ ਸਰਬੱਤ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ। ਦਰੋਂ ਘਰੋਂ ਗੁਰ ਸਿੱਖੀ ਨਾਮ ਦੀ ਦਾਤ ਕਰਨਾ।